ਮਾਮਾ ਤੇ ਮਾਰਿਆ ਗਿਆ ਸੀ ਪਾਕਿਸਤਾਨ ਵਿੱਚ। ਜਦੋਂ ਆਹ ਰੌਲੇ ਪਏ। ਰੌਲੇ ਪਏ ਸੀ। ਅੱਛਾ। ਤੇ ਪੁੱਤਰ ਉਹਦਾ ਜਿਹੜਾ ਸੀ ਉਹ ਛੋਟਾ ਸੀ ਤੇ ਮਾਮੀ ਵੀ ਉੱਥੇ ਹੀ ਫਿਰ ਰਹਿ ਗਈ। ਪਾਕਿਸਤਾਨੀ? ਹਾਂਜੀ। ਜਦੋਂ ਆਉਣ ਲੱਗਾ ਫਿਰ ਉਹਨੂੰ ਪਤਾ ਲੱਗ ਗਿਆ, ਦੱਸਿਆ ਉਹਨੇ। ਪਿੰਡ ਦੇ ਰਾਹ ਦੇ ਵਿੱਚ ਹੀ ਜਦੋਂ ਸਟੇਸ਼ਨ ਆ ਜਿਹੜਾ ਕਿਲ੍ਹਾ ਸੋਭਾ ਸਿੰਘ ਦਾ, ਹਾਂਜੀ। ਇਹਦੇ ਰਾਹ ਦੇ ਵਿੱਚ ਹੀ ਆ ਕੇ ਤੇ ਫਿਰ ਉਹ ਪੈ ਗਏ ਸਾਰੇ। ਅੱਛਾ। ਤੇ ਕਹਿੰਦਾ ਵੀ ਨਹੀਂ ਰਹਿਣਾ ਨਹੀਂ, ਮੈਂ ਜਾਣਾ। ਉਹਨੂੰ ਮਾਣ ਸੀ ਕਿ ਮੈਨੂੰ ਇਹ ਕੀ ਕਰ ਸਕਦੇ ਨੇ। ਉਹ ਫਿਰ ਪੈ ਗਏ ਜਦੋਂ ਉਹਨਾਂ ਨੇ ਵੱਢ ਦਿੱਤਾ ਮੇਰਾ ਉਹ ਜਿਹੜਾ। ਬਸ ਉਹ ਯਾਰ ਜਿਹੜਾ ਸੀ ਉਹਨੇ ਕਤਲ ਕਰਤਾ। ਉਸੇ ਨੇ ਕਤਲ ਕੀਤਾ, ਫਿਰ ਕਤਲ ਕਰਕੇ ਤੇ ਮੇਰਾ। ਤੇ ਤੁਸੀਂ ਜਾਂ ਇੱਥੋਂ ਜਾਣਾ ਤੇ ਮੁਸਲਮਾਨ ਰਹਿਣਾ ਤੇ ਮੁਸਲਮਾਨ ਹੋ ਜਾਓ, ਨਹੀਂ ਜੇ ਇੱਥੋਂ ਚਲੇ ਜਾਓ। ਉਹ ਕਹਿੰਦਾ ਕਿ ਹੁਣ ਮੈਂ ਮਨ ਨਾਲ ਸਲਾਹ ਕਰਕੇ ਤੇ ਫਿਰ ਦੱਸਾਂਗਾ। ਸਵੇਰੇ ਉੱਠਿਆ, ਨਵੇਂ ਕੱਪੜੇ ਇਸ ਤਰ੍ਹਾਂ ਪਾਏ ਨੇ। ਖਾਨਗਾ ਇੱਕ ਕੋਲ ਸਾਡੇ, ਉਹਦੀ ਉਹ ਮਮਤਾ ਜ਼ਿਆਦਾ ਕਰਦੇ ਹੁੰਦੇ ਸਨ। ਉੱਥੇ ਹੀ ਉਹਨਾਂ ਦੀ ਮੁਸਲਮਾਨਾਂ ਦੀ ਖੂਹੀ ਪਾਣੀ ਪੀਣ ਵਾਲੀ ਸੀ। ਉੱਥੋਂ ਹੀ ਪਿੰਡ ਪਾਣੀ ਭਰਦਾ ਸੀ ਇੱਧਰ। ਉਸਨੇ ਜਾ ਕੇ ਉਹ ਜਿਹੜਾ ਕਮੀਨ ਉੱਥੇ ਝਾੜੂ ਦਿੰਦਾ ਨਾ, ਉਹਨੂੰ ਕਹਿੰਦਾ ਲੈ ਓਏ ਆਹ ਚਾਦਰ ਲੈ ਨਵੀਂ ਉੱਤੇ। ਉਸਨੇ ਲੈ ਲਈ ਹੈ। ਆਪ ਉਰਾਂ ਹੋ ਕੇ ਤੇ ਕੱਪੜੇ ਖੋਲ ਕੇ ਤੇ ਖੂਹੀ ਦੇ ਵਿੱਚ ਛਾਲ ਮਾਰ ਦਿੱਤੀ ਹੈ। ਉਸਨੇ ਰਹਿਮ ਸੀ ਉਹਦਾ ਨਾਂ। ਉਸਨੇ ਆਖਿਆ ਉਹ ਚੌਧਰੀ ਸ਼ੇਰੂ ਤੇ ਖੂਹੀ 'ਚ ਛਾਲ ਮਾਰ ਗਿਆ ਵਾ। ਓਕੇ। ਇਹ ਅੱਜ ਮੈਂ ਆਇਆ ਜੀ ਪਿੰਡ ਗੁਰਦਨਪੁਰ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਇਹ ਮਤਲਬ ਫਤਿਹਗੜ੍ਹ ਸਾਹਿਬ ਨਵਾਂ ਜ਼ਿਲ੍ਹਾ ਬਣਿਆ। ਕਦੀ ਇਹ ਪਟਿਆਲੇ ਰਿਆਸਤ ਦਾ ਹਿੱਸਾ ਸੀ, ਫਿਰ ਪਟਿਆਲੇ ਜ਼ਿਲ੍ਹੇ ਦਾ ਹਿੱਸਾ ਸੀ। ਇਵੇਂ ਹੀ ਮਤਲਬ 47 ਤੋਂ ਬਾਅਦ ਕਈ ਜ਼ਿਲ੍ਹੇ ਟੁੱਟ ਗਏ। ਜਿਹੜੇ ਲੋਕ 47 ਦੇ ਵਿੱਚ ਇੱਥੋਂ ਉੱਜੜ ਕੇ ਗਏ, ਉਹ ਇਹਨੂੰ ਪਟਿਆਲੇ ਰਿਆਸਤ ਦਾ ਪਿੰਡ ਸਮਝਦੇ ਹੋਣਗੇ। ਸੋ ਮੇਰੇ ਨਾਲ ਜਿਹੜੇ ਬਜ਼ੁਰਗ ਬੈਠੇ ਨੇ, ਇਹ ਸਿਆਲਕੋਟ ਦੇ ਇੱਕ ਬੜੇ ਮਸ਼ਹੂਰ ਪਿੰਡ ਗੁੰਨਾ ਕਲਾਂ ਦੇ ਨੇ। ਅਤੇ ਇਹ ਪਿੰਡ, ਇਹਨਾਂ ਨਾਲ ਗੱਲਬਾਤ ਦੇ ਦੌਰਾਨ ਪਤਾ ਲੱਗਿਆ ਕਿ ਤਕਰੀਬਨ ਗੁੰਨਾ ਕਲਾਂ ਵਾਲੇ ਵਾਜਬਿਆਂ ਦਾ ਪਿੰਡ ਹੈ। ਲਓ ਜੀ, ਕਰਦੇ ਹਾਂ ਇਹਨਾਂ ਨਾਲ ਗੱਲਬਾਤ, ਪੁੱਛਦੇ ਹਾਂ ਉਸ ਦੇਸ਼ ਦੀ ਕਹਾਣੀ ਜਿਹੜਾ ਰਹਿ ਗਿਆ ਬੜੀ ਦੂਰ, ਜਿਹਨੂੰ ਮਜਬੂਰਨ ਛੱਡਣਾ ਪਿਆ। ਕਰਦੇ ਹਾਂ ਜੀ ਗੱਲਬਾਤ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਨਾਮ ਜੀ ਆਪਣਾ? ਮੇਰਾ ਨਾਮ ਅਮਰ ਸਿੰਘ ਹੈ ਜੀ। ਇਹ ਆਪਣੇ ਬਜ਼ੁਰਗਾਂ ਦਾ ਨਾਮ ਵੀ ਦੱਸ ਦਿਓ, ਪਿਤਾ ਜੀ ਦਾ, ਦਾਦਾ ਜੀ ਦਾ। ਬਜ਼ੁਰਗ ਦਾ ਨਾਮ, ਮੇਰੇ ਪਿਤਾ ਜੀ ਦਾ ਨਾਮ ਫਕੀਰ ਸਿੰਘ ਲੰਬੜਦਾਰ ਜੀ ਹੈ ਜੀ। ਅਤੇ ਦਾਦੇ ਦਾ ਨਾਮ ਸ਼ੇਰ ਚੰਦ। ਸ਼ੇਰ ਚੰਦ। ਹਾਂਜੀ। ਆ ਮੈਂ ਦੇਖਿਆ ਸਿਆਲਕੋਟ ਗੁਜਰਾਂਵਾਲੇ ਦੇ ਵਿੱਚ 2-3 ਪੀੜ੍ਹੀਆਂ ਜਾ ਕੇ ਨਾਂ ਚੰਦ, ਮੱਲ, ਇਸ ਤਰ੍ਹਾਂ ਦੇ ਨਾਮ ਬਣ ਜਾਂਦੇ ਸੀ ਜੀ। ਇਸ ਤਰ੍ਹਾਂ ਹੀ ਨਾ ਪਿੰਡ ਦੇ ਵਿੱਚ ਖੱਤਰੀ ਲੋਕ ਵੀ ਬੜੇ ਸੀ ਜੀ, ਅਤੇ ਸਿੱਖ ਵੀ ਸੀ। ਪਿੰਡ 9 ਨਾਵੇਂ ਸੀ, 9 ਲੰਬੜਦਾਰ ਸਨ ਜੀ। ਅਤੇ ਇਸ ਕਰਕੇ ਫਿਰ ਪਹਿਲੇ ਜਿਹੜੇ ਬਜ਼ੁਰਗ ਸਨ ਉਹਨਾਂ ਮੀਡੀਆਂ ਰੱਖਣੀਆਂ ਅਤੇ ਨੱਤੀਆਂ ਪਾਉਣੀਆਂ ਅਤੇ ਹੁੱਕੇ ਪੀਣੇ, ਆਹ ਹੁੱਕੇ ਵੀ ਪੀ ਲੈਂਦੇ ਸੀ। ਆਹ ਅਤੇ ਤੁਸੀਂ ਕਿਹਾ ਜੀ 9 ਨਾਵੇਂ ਪਿੰਡ ਸੀ, 9 ਲੰਬੜਦਾਰ ਸੀ। ਇੱਕ ਤਾਂ ਲੰਬੜਦਾਰ ਤੁਹਾਡੇ ਪਿਤਾ ਜੀ ਹੋ ਗਏ ਨਾ? ਹਾਂਜੀ। ਇਹ ਕਿਹੜੀ ਪੱਤੀ ਦੇ ਲੰਬੜਦਾਰ ਸੀ? ਇਹ ਸਨ ਜੀ ਲਹਿੰਦੀ ਪੱਤੀ ਦੇ, ਜਿੱਧਰ ਮੁਸਲਮਾਨਾਂ ਜ਼ਿਆਦਾ ਸੀ। ਅੱਛਾ, ਜਿੱਧਰ ਮੁਸਲਮਾਨ ਸੀਗੇ। ਹਾਂਜੀ, ਲਹਿੰਦੇ ਪੱਤੀ। ਅੱਛਾ, ਅਤੇ ਬਾਕੀ ਪੱਤੀਆਂ ਦੇ ਨਾਮ ਯਾਦ ਹੈ ਤੁਹਾਨੂੰ? ਹਾਂਜੀ, ਦੱਸ ਦਿਓ ਜੀ। ਮਾਲ ਧਾਲਾ ਜੀ, ਮਾਲ ਨਿਜ਼ਾਮਦੀਪੁਰ ਜੀ, ਬੇਗਾ ਬਾਜਵਾ ਜੀ, ਹੈ ਜੀ। ਇੱਧਰ ਦੂਰ ਪਿੰਡ ਸੀ, ਉੱਧਰ ਹੀ ਨਾਂ ਭੁੱਲ ਗਿਆ ਇਹਨਾਂ ਦਾ। ਜਿਹੜੇ ਤੁਸੀਂ ਕਹਿੰਦੇ ਹੋ ਕਿ ਰਾਗ ਭੱਟੀਆਂ ਨੇ, ਭਲਵਾਨਾਂ ਦਾ ਟੱਬਰ ਜਿਹੜਾ ਨਾ, ਉਹਨਾਂ ਦੇ ਭੁੱਲ ਗਏ ਆ। ਦੀਵਾਨ ਸਿੰਘ ਸੀ ਲੰਬੜਦਾਰ ਉੱਥੇ।
ਹਾਂਜੀ ਇੱਧਰ ਨਿਜ਼ਾਮਦੀਪੁਰ ਦਾ ਦੀਵਾਨ ਚੰਦ ਸੀ। ਹਾਂਜੀ ਇੱਧਰ ਇੱਕ ਦਾ ਕਿਹੜਾ ਸੀ ਉੱਥੇ ਦਾ ਆਪਣਾ ਜਵੰਤ ਸਿੰਘ ਸੀ, ਵਿਚਲੀ ਗਲੀ ਆ। ਅੱਛਾ ਜੀ। ਹਾਂਜੀ ਤੇ ਤੁਹਾਡਾ ਜਿਹੜਾ ਘਰ ਸੀ ਉਹ ਲਹਿੰਦੇ ਪਾਸੇ ਸੀ? ਸਾਡਾ ਦਹਿੰਦੇ ਪਾਸੇ ਸੀ ਜੀ ਇੱਧਰ ਹੀ। ਨਾਲ ਕਿਹਨਾਂ ਦੇ ਘਰ ਸੀਗੇ? ਨਾਲ ਇਹਨਾਂ ਦੇ ਜੀ ਮੁਸਲਮਾਨਾਂ ਦੇ ਸਨ ਘਰ, ਬਖਤਾਵਰ ਸੀ ਜੀ ਮੁਸਲਮਾਨ ਹੈ, ਇਸ ਤਰ੍ਹਾਂ ਉਹਦਾ ਘਰ ਸੀ। ਜੀ ਇੱਧਰ ਕਸ਼ਮੀਰੀਆਂ ਦੇ ਘਰ ਸਨ ਦਹਿੰਦੇ ਪਾਸੇ ਹੀ, ਪਹਿਲਵਾਨੀ ਕਰਦੇ ਸਨ। ਜੀ ਮਹਾਰਾਜਾ ਜੰਮੂ ਵਾਲਾ ਜਿਹੜਾ ਸੀ ਨਾ, ਉਹਦਾ ਰੁਸਤਮ ਹਿੰਦ ਸੀ। ਵਾਹ ਜੀ ਵਾਹ, ਤੁਹਾਡੇ ਪਿੰਡ ਦਾ ਕਸ਼ਮੀਰੀ, ਹਾਂਜੀ ਕੀ ਨਾਂ ਸੀ ਜੀ ਉਹਨਾਂ ਦਾ? ਉਹਦਾ ਨਾਂ ਸੀ ਕਿਹਾ, ਮੈਨੂੰ ਆ ਹੁਣ ਬਿਮਾਰੀ 'ਚ ਭੁੱਲ ਜੀ ਜਾਣਾ ਵਾ। ਤੁਸੀਂ ਉਹਨੂੰ ਘੁਲਦਾ ਵੇਖਿਆ? ਉਹਨੂੰ ਮੈਂ ਜੀ ਉੱਥੋਂ ਆਉਂਦਾ ਵੇਖਿਆ ਤੇ ਉਹਨੂੰ ਆਖਣਾ, ਬਾਬਾ ਜੀ ਤੁਸੀਂ ਹੁਣ ਇੱਥੋਂ ਜੰਮੂ ਤੁਰ ਕੇ ਆਉਂਦੇ, ਹੁਣ ਛੱਡ ਦਿਓ, ਤੁਹਾਡੀ ਉਮਰ ਕਾਫੀ ਹੋ ਗਈ ਹੈ। ਤੇ ਉਸਨੇ ਕਹਿਣਾ, ਬੱਚਾ ਕੋਈ ਗੁਰਜ ਨਹੀਂ ਅੱਗੋਂ ਚੁੱਕ ਸਕਦਾ। ਆਹਾ, ਜੀ ਕੋਈ ਚੁੱਕਣ ਵਾਲਾ ਜੰਮੇ ਤਾਂ ਮੈਂ ਛੱਡਾਂ। ਹਾਂਜੀ ਉਹ ਫਿਰ ਮੈਨੂੰ ਤਾਂ ਹੀ ਛੱਡਣਾ ਪਏਗਾ, ਉੱਦਾਂ ਮੈਂ ਛੱਡ ਨਹੀਂ ਸਕਦਾ। ਵਾਹ ਜੀ ਵਾਹ। ਕਸ਼ਮੀਰੀਆਂ ਦਾ ਮਾਦਾ ਸੀ ਸਾਡੇ, ਤੇ ਉਸ ਪਾਸੇ ਦਾ ਉਹ ਜਵਾਨ ਸੀ। ਉਹਦੇ ਅੱਗੋਂ ਮਾਮੂ ਜਿਹੜਾ ਸੀ ਨਾ, ਉਹ ਪੁੱਤਰ ਸੀ, ਉਹ ਵੀ ਚੰਗਾ ਜਵਾਨ ਸੀ, ਪਰ ਨਹੀਂ ਸੀ ਨਾ ਉਹ ਵੀ ਦਾਣੇ ਦਾ। ਜੀ ਜੀ। ਹਾਂਜੀ ਤੇ ਬਾਜਵੇ ਮੁਸਲਮਾਨ ਤੁਹਾਡੇ ਪਿੰਡ 'ਚ ਹੋਣਗੇ? ਹਾਂਜੀ ਉਹ ਵੀ ਬਾਜਵੇ ਹਾਂਜੀ ਇਸ ਪਾਸੇ ਬਾਜਵੇ ਸੀ। ਬਾਜਵੇ ਸਨ ਮੁਸਲਮਾਨ। ਅੱਛਾ, ਕੋਈ ਬਾਜਵਿਆਂ ਦੇ ਨਾਂ ਯਾਦ ਆ? ਹਾਂਜੀ ਬਖਤ ਇਹ ਆਪਣਾ ਇਹ ਜਿਹੜਾ ਜਫਰ ਸੀ, ਜੀ ਜਫਰ ਮੁਹੰਮਦ, ਖੁਸ਼ੀ ਮੁਹੰਮਦ, ਹਾਂਜੀ ਅਲਾ ਯਾਰ, ਤੇ ਇਹ ਹਕੀਮ ਦਾ ਨਾਂ ਸੀ। ਉਹਦੇ ਪੁੱਤਰਾਂ ਦਾ ਨਾਂ ਸੀ ਦਿੱਤਾ, ਮਨਜ਼ੂਰ ਅਹਿਮਦ। ਮਨਜ਼ੂਰ ਅਹਿਮਦ ਤੇ ਮੇਰੇ ਨਾਲ ਹੀ ਪੜ੍ਹਦਾ ਸੀ। ਵਾਹ ਜੀ ਵਾਹ। ਹਾਂਜੀ ਹਾਂ। ਕਿੱਥੇ, ਕਿਹੜੇ ਸਕੂਲ ਜੀ? ਇੱਥੇ ਜੀ ਅਸੀਂ ਪਹਿਲਾਂ ਆਰੀਆ ਸਕੂਲ 'ਚ ਪੜ੍ਹਦੇ ਸੀ। ਇਹ ਕਿੱਥੇ ਸੀ ਆਰੀਆ ਸਕੂਲ? ਇਹ ਇੱਥੇ ਸਿਆਲਕੋਟ ਹੀ ਜੀ। ਖਾਸ ਸ਼ਹਿਰ 'ਚ ਹੀ? ਹਾਂਜੀ ਖਾਲਸਾ ਦੇ ਐਗਲਾ ਪੁਲ ਟੱਪ ਕੇ, ਤੇ ਫਿਰ ਉੱਥੋਂ ਮੈਂ ਫੇਲ ਹੋ ਗਿਆ। ਮੈਂ ਫਿਰ ਇੱਥੇ ਖਾਲਸਾ 'ਚ ਆ ਲੱਗਾ, ਉਹ ਕਰਦੇ ਨਹੀਂ ਸੀ, ਜੀ ਕਹਿੰਦੇ ਜੀ ਕਮਜ਼ੋਰ ਹੈ। ਇੱਥੇ ਆ ਕੇ ਫਿਰ 6ਵੀਂ ਪਾਸ ਕੀਤੀ ਤੇ 7ਵੀਂ ਵਿੱਚ ਲੱਗੇ ਤੇ ਹੱਦ ਜੁੱਦ ਹੋ ਗਏ। ਅੱਛਾ, ਤੇ ਪ੍ਰਾਇਮਰੀ ਕਿੱਥੋਂ ਕੀਤੀ ਸੀਗੀ? ਪ੍ਰਾਇਮਰੀ ਜੀ ਗੁੰਨੇ ਦੇ ਵਿੱਚ ਹੀ ਹੈ। ਅੱਛਾ, ਉਹ ਟੀਚਰ ਯਾਦ ਨਹੀਂ ਜਿਹਨਾਂ ਤੋਂ ਪੜ੍ਹੇ ਤੁਸੀਂ? ਉਹਨਾਂ ਟੀਚਰਾਂ ਦਾ ਮੌਲਵੀ ਜਿਹੜਾ ਸੀ ਨਾ, ਉਹਦਾ ਨਾਂ ਯਾਦ ਨਹੀਂ ਹੈ। ਬਹੁਤ ਅੱਛਾ ਸੀ, ਉਰਦੂ ਹੀ ਪੜ੍ਹੇ ਹਾਂ, ਹੋਰ ਕੋਈ ਇਲਮ ਨਹੀਂ। ਅੱਛਾ, ਉਰਦੂ ਹੁਣ ਵੀ ਪੜ੍ਹ ਲੈਂਦੇ ਹਨ? ਹਾਂਜੀ ਉਰਦੂ ਹੀ ਹੁਣ ਵੀ, ਸੈਨ ਵੀ ਉਰਦੂ ਦੇ ਹੀ ਕਰਨੇ ਹੀ ਨੇ ਵਾਹ। ਜਿੱਥੇ ਕਿਤੇ। ਹਾਂਜੀ ਜਿਹੜੇ ਨਾਲ ਪੜ੍ਹਦੇ ਸੀ ਮੁਸਲਮਾਨਾਂ ਦੇ ਬੱਚੇ, ਹਾਂਜੀ ਇੱਕ ਤਾਂ ਮਨਜ਼ੂਰ ਹੋ ਗਿਆ ਹੈ ਨਾ ਜੀ? ਹਾਂ, ਇੱਕ ਅਬਦਲ ਗਨੀ ਸੀ ਜੀ ਜੀ। ਇੱਥੇ ਪਿੰਡੋਂ ਅਸੀਂ 3-4 ਮੁੰਡੇ ਜਾਂਦੇ ਹੁੰਦੇ ਸਾਂ। ਇੱਕ ਬਲਕਾਰ ਸੀ, ਉਹ ਉੱਥੇ ਮੇਰੇ ਖਿਆਲ 'ਚ ਫੂਲੇ ਵਾਲਾ ਸੂਬੇਦਾਰ ਦਾ ਮੁੰਡਾ। ਇੱਕ ਸਰਜੀਤ ਸੀ, ਰੂੜ ਸਿੰਘ, ਉਹ ਵੀ ਉੱਥੇ ਹੀ ਨੇ। ਅਸੀਂ ਇਹ 5-6 ਮੁੰਡੇ ਜਾਂਦੇ ਹਾਂ। ਗੁਰਦਿਆਲ ਸਿੰਘ ਵੱਡਾ ਸੀ, ਉਹਦਾ ਤੇ ਡੀਏਵੀ ਸਕੂਲ ਦਾ ਮਾਹੌਲ ਕਿਸ ਤਰ੍ਹਾਂ ਦਾ ਸੀ? ਕਿਹੜਾ ਜੀ? ਜਿਹੜਾ ਸਿਆਲਕੋਟ ਵਾਲਾ ਸੀ ਤੁਹਾਡਾ ਡੀਏਵੀ ਸਕੂਲ? ਡੀਏਵੀ ਕਿ ਆਰੀਆ? ਆਰੀਆ ਸਕੂਲ ਸੀ ਜੀ, ਉਹ ਠੀਕ ਸੀ ਜੀ, ਬਹੁਤ ਵਧੀਆ। ਸਖਤ ਪੜ੍ਹਾਈ ਸੀ। ਐਵੇਂ ਕਿਉਂ? ਉਹ ਉੱਥੇ ਦੇ ਟੀਚਰ ਯਾਦ ਆ? ਨਹੀਂ, ਉੱਥੇ ਮੁਸਲਮਾਨ ਤਾਂ ਨਹੀਂ ਪੜ੍ਹਦੇ ਹੋਣੇ? ਮੁਸਲਮਾਨ ਵੀ ਵਿੱਚ ਹੀ ਪੜ੍ਹਦੇ ਹਨ। ਆਰੀਆ ਸਕੂਲ 'ਚ? ਆਹੋ ਜੀ, ਆਰੀਆ ਜੀ, ਮੁਸਲਮਾਨ ਵੀ ਵਿੱਚ ਹਨ, ਸਾਰੇ ਮਜ਼ਹਬ ਸਨ ਜੀ। ਅੱਛਾ, ਉਹ ਆਰੀਆ ਸਕੂਲ ਵਾਲੇ ਕੋਈ ਦੋਸਤ ਯਾਦ ਹੈ ਤੁਹਾਨੂੰ? ਨਹੀਂ, ਅਸੀਂ ਉਹ ਇਹ 2-3 ਮੁੰਡੇ ਜਾਂਦੇ ਸਾਂ, ਅਸੀਂ ਉਹ 2-3 ਫਿਰ ਪਿਛਾਂ ਹਟ ਗਏ। ਇੱਕ ਮੁੰਡਾ ਦਲੀਪ ਸੀ, ਸੁੰਦਰ ਸਿੰਘ ਦਾ, ਭਲਵਾਨਾਂ ਦੇ ਦਾ, ਉਹ ਮੇਰੇ ਖਿਆਲ 'ਚ ਇੱਥੇ ਆ ਤੁਹਾਡੇ ਆ ਭੈਣੀ ਸਾਹਿਬ ਦੇ ਕੋਲ ਆ ਪਿੰਡ ਹੈ। ਨਹੀਂ, ਮੁੜ ਕੇ ਮਿਲੇ ਨਹੀਂ ਫਿਰ? ਨਾ ਜੀ, ਓਹੋ। ਅਸੀਂ ਨਹੀਂ ਜੀ, ਦੂਰ ਸਾਂ, ਅਸੀਂ ਨਹੀਂ ਆਪਸ ਵਿੱਚ। 47 ਨੇ ਸਿਰਫ ਹਿੰਦੂ, ਸਿੱਖ ਤੇ ਮੁਸਲਮਾਨਾਂ ਦਾ ਹੀ ਵਿਛੋੜਾ ਨਹੀਂ ਪਾਇਆ। ਇੱਕੋ ਪਿੰਡ 'ਚ ਰਹਿਣ ਵਾਲੇ ਸਿੱਖ
ਇਕੱਠੇ ਪੜ੍ਹਨ ਵਾਲੇ ਵੀ ਮੁੜ ਕੇ ਨਹੀਂ ਮਿਲੇ। ਨਾ ਜੀ, ਪੌਣੀ ਨਾ। ਸਦੀ ਬੀਤ ਚੱਲੀ ਆ ਦੇਖੋ। ਨਹੀਂ ਜੀ ਨਹੀਂ। ਓਹੋ। ਸਾਡੇ ਇੱਕ ਆਪਣਾ ਇੱਥੇ ਘਰ ਸੱਕਿਆਂ ਦਾ ਸੀ ਜੀ, ਉਹ ਅਜਾਗਰ ਸਿੰਘ ਸੀ, ਬਾਊ ਜਵੰਤ ਸਿੰਘ ਸੀ, ਉਹ ਸਾਡੇ ਵਿੱਚ ਹਨ ਦੂਜੀ ਤੀਜੀ ਪੀੜ੍ਹੀ 'ਚੋਂ। ਜੀ ਜੀ ਤੇ ਉਹ ਰੇਲਵੇ ਦਾ ਬਾਬੂ ਸੀ, ਤੇ ਜੀ। ਉਹ ਵੀ ਨਹੀਂ ਮਿਲੇ ਜਿਉਂ ਇੱਥੋਂ ਵਿਛੜੇ ਨੇ ਸ਼ਾਹਪੁਰੋਂ। ਅਸੀਂ ਸ਼ਾਹਪੁਰ ਪਿੰਡ ਇਕੱਠਾ ਸੀ ਜੀ ਖੰਨੇ ਦੇ ਕੋਲ। ਠੀਕ। ਫਿਰ ਅਸੀਂ ਜਿਉਂ ਵਿਛੜਿਆ, ਫਿਰ ਨਹੀਂ ਕੋਈ ਉੱਧਰ ਉੱਧਰ ਹੀ ਆਇਆ ਗਿਆ ਕਿਸੇ ਦੇ ਕੋਲ। ਜੀ ਉਧਰ ਤੁਹਾਡੀਆਂ ਰਿਸ਼ਤੇਦਾਰੀਆਂ ਫਿਰ ਕਿਹਨਾਂ ਕਿਹਨਾਂ ਪਿੰਡਾਂ 'ਚ ਸੀ? ਸਾਡੀ ਰਿਸ਼ਤੇਦਾਰੀ ਜੀ ਉੱਤੇ ਮੇਰੀ ਭੈਣ ਇੱਕ ਤੇ ਇੱਥੇ ਵਿਆਹੀ ਸੀ, ਫਤਿਹਗੜ੍ਹ ਸੀ ਨਾਲ ਹੀ ਸਿਆਲਕੋਟ ਦੇ। ਅੱਛਾ ਜੀ। ਇਹ ਸਨ ਮੱਲੀ ਸਨ। ਮੱਲੀ, ਅੱਛਾ ਫਤਿਹਗੜ੍ਹ ਮੱਲੀ, ਠੀਕ ਹੈ। ਹਾਂ। ਇੱਕ ਮੇਰੀ ਭੈਣ ਸੰਭੜਿਆਲ ਵਿਆਹੀ ਸੀ। ਠੀਕ ਹੈ ਜੀ। ਹਾਂਜੀ, ਘੁੰਮਣਾ ਦੇ। ਘੁੰਮਣਾ ਦੇ। ਠੀਕ ਹੈ ਜੀ। ਉੱਥੇ ਅਜੇ ਵੀ ਘੁੰਮਣੀ ਨੇ, ਇੱਥੇ ਵੀ ਬੈਠੇ ਨੇ, ਗੁਰਦਾਸਪੁਰ 'ਚ ਘੁੰਮਣ ਨੇ, ਹਾਂਜੀ। ਉਸ ਪਿੰਡ ਘੁੰਮਣੀ ਬੈਠੇ ਨੇ। ਜੀ। ਹਾਂਜੀ। ਤੇ ਨਾਨਕੇ? ਨਾਨਕੇ ਸਾਡੇ ਜੀ ਭੋਜੋ ਢੀਂਡਸੇ ਸਨ ਉੱਥੇ ਪਾਕਿਸਤਾਨ 'ਚ, ਕਿਲ੍ਹਾ ਸੋਭਾ ਸਿੰਘ ਕੋਲ। ਅੱਛਾ ਅੱਛਾ, ਉਹ ਢੀਂਡਸੇ ਸੀਗੇ? ਉਹ ਢੀਂਡਸੇ ਸੀ। ਅੱਛਾ, ਢੀਂਡਸੇ ਵੀ ਦੇਖ ਲਓ ਕਿੱਥੇ ਤੱਕ ਪਹੁੰਚ ਗਏ ਹਨ। ਹਾਂਜੀ। ਹੁਣ ਇੱਥੇ ਬੈਠੇ ਨੇ। ਮਾਮਾ ਤੇ ਮਾਰਿਆ ਗਿਆ ਸੀ ਪਾਕਿਸਤਾਨ ਵਿੱਚ, ਜਦੋਂ ਆਹ ਰੌਲੇ ਪਏ। ਰੌਲੇ ਪਏ ਸੀ ਉਹਨਾਂ। ਅੱਛਾ। ਤੇ ਪੁੱਤਰ ਉਹਦਾ ਜਿਹੜਾ ਸੀ ਉਹ ਛੋਟਾ ਸੀ, ਤੇ ਮਾਮੀ ਵੀ ਉੱਥੇ ਹੀ ਫਿਰ ਰਹਿ ਗਈ। ਪਾਕਿਸਤਾਨੀ? ਹਾਂਜੀ। ਉਹ ਫਿਰ ਮੇਰਾ ਬਾਪ ਗਿਆ ਸੀ 2-3 ਸਾਲ ਪਿੱਛੋਂ, ਫਿਰ ਉਹ ਮੁੰਡਾ ਆਇਆ ਨਹੀਂ। ਪਿੰਡ 'ਚ ਹੀ ਰਹਿੰਦੇ ਆ? ਹਾਂ, ਹੁਣ ਪਹਿਲਾਂ ਤਾਂ ਇੱਥੇ ਆਇਆ ਸੀ, ਲਾਹੌਰ ਰਹਿਣਾ, ਲੋਹੇ ਦਾ ਕੰਮ ਕਰਨਾ ਫੈਕਟਰੀ 'ਚ। ਤੇ ਫਿਰ ਉਹ ਹੁਣ ਉਹ ਸੁਣਿਆ ਕਿ ਪਿੰਡ ਚਲਿਆ ਗਿਆ ਹੈ। ਇਹ ਤੁਹਾਡੇ ਮਾਮਾ ਜੀ ਦਾ ਕੀ ਨਾਂ ਸੀ ਉਹ ਸੁੰਦਰ ਸਿੰਘ ਜੀ, ਜਿਹੜੇ ਮਾਰੇ ਗਏ ਸੀ? ਜਿਹੜੇ ਮਾਰੇ ਗਏ। ਕਦੀ ਪਤਾ ਲੱਗਾ ਉਹ ਕਿਵੇਂ ਮਾਰੇ ਗਏ, ਕੀ ਹੋਇਆ ਉਹਨਾਂ ਨਾਲ? ਉਹਦੀ ਇਹ ਸੀ ਇਹ ਪਹਿਲਾਂ ਉਹ ਦਸੀਏ ਵੀ ਬੁਰਿਆਂ ਦੇ ਨਾਲ, ਮਹਿਦੀ ਸ਼ਾਹ ਦੇ ਨਾਲ ਉਹਦੀ ਸਾਂਝ ਸੀ? ਯਾਰੀ ਦੋਸਤੀ ਪੈ ਗਈ। ਮੁੰਡਾ ਜਵਾਨ ਸੀ, 8-9 ਫੁੱਟ ਲੰਬਾ ਏ ਮਾਮਾ ਮੇਰਾ। ਜਿਹੜਾ ਅਲੀਪੁਰ ਸਈਦਾਂ ਦਾ ਸੀਗਾ? ਹਾਂਜੀ ਹਾਂਜੀ ਹਾਂਜੀ। ਮਹਿੰਦੀ ਸ਼ਾਹ? ਮਹਿਦੀ ਸ਼ਾਹ ਅੱਛਾ, ਉਹਦਾ ਯਾਰ ਸੀ ਪਹਿਲਾਂ? ਯਾਰ ਬਣਾ ਲਿਆ ਉਸਨੇ, ਤੇ ਫਿਰ? ਲੁੱਟਾਂ ਖੋਹਾਂ ਖੋਣ ਲੱਗ ਗਏ। ਅੱਛਾ, ਇਹ 47 ਤੋਂ ਪਹਿਲਾਂ ਦੀਆਂ ਗੱਲਾਂ? ਨਾ ਜੀ, ਪਹਿਲਾਂ ਨਹੀਂ, ਵਿੱਚ ਹੀ? 47 ਦੇ ਵਿੱਚ ਹੀ ਯਾਰ ਬਣ ਗਿਆ ਵੀ ਇਹ ਮੁੰਡਾ ਜਵਾਨ ਹੈ, ਫੜ ਕੇ ਜਿਹਨੂੰ ਕੰਨੋਂ ਜਾਂ ਸਿੱਖਾਂ ਨੂੰ ਮਾਰ ਲੈਂਦਾ। ਕਿਉਂਕਿ ਮਹਿੰਦੀ ਸ਼ਾਹ ਤੇ ਇੱਕ ਬਹੁਤ ਵੱਡਾ ਨਾਂ ਆ, ਉਹਨੇ ਆਪਣਾ ਇੱਕ ਜਥਾ ਬਣਾਇਆ ਹਾਂਜੀ, ਸੀ, ਜਥੇ ਦੇ ਵਿੱਚ ਔਰ ਉਹਨੇ ਉਸ ਜਥੇ ਨੇ ਹਜ਼ਾਰਾਂ ਹੀ ਹਿੰਦੂ ਸਿੱਖ ਕਤਲ ਕੀਤੇ। ਇਹਦਾ ਮਤਲਬ ਤੁਹਾਡਾ ਮਾਮਾ ਨਾਲ ਤੁਰਿਆ ਸੀ ਉਹਦੇ? ਇਹ ਫਿਰ ਜਦੋਂ ਆਉਣ ਲੱਗਾ ਕਿ ਮੈਂ ਖਿਸਕਾ ਹੋਣਾ, ਤੇ ਮੇਰੀ ਮਾਮੀ ਸੀ ਸਿਆਣੀ, ਉਸਨੇ ਆਖਿਆ ਇੱਥੋਂ ਚੱਲ, ਇੱਥੇ ਦੇ ਇੰਨੀਆਂ ਵੱਡਾਂ ਟੁੱਕਾਂ ਹੋਈਆਂ, ਸਾਰੇ ਇੱਥੇ ਲੋਕ ਚਲੇ ਗਏ ਤੇ ਕੀ ਕਰਨਾ। ਜਦੋਂ ਆਉਣ ਲੱਗਾ ਫਿਰ ਉਹਨੂੰ ਪਤਾ ਲੱਗ ਗਿਆ, ਦੱਸਿਆ ਉਹਨੇ। ਪਿੰਡ ਦੇ ਰਾਹ ਦੇ ਵਿੱਚ ਹੀ ਜਦੋਂ ਸਟੇਸ਼ਨ ਆ ਜਿਹੜਾ ਕਿਲ੍ਹਾ ਸੋਭਾ ਸਿੰਘ ਦਾ, ਹਾਂਜੀ। ਇਹਦੇ ਰਾਹ ਦੇ ਵਿੱਚ ਹੀ ਆ ਕੇ ਤੇ ਫਿਰ ਉਹ ਪੈ ਗਏ ਸਾਰੇ। ਅੱਛਾ। ਤੇ ਰਹਿ ਕਹਿੰਦਾ ਵੀ ਨਹੀਂ ਰਹਿਣਾ ਨਹੀਂ, ਮੈਂ ਜਾਣਾ। ਉਹਨੂੰ ਮਾਣ ਸੀ ਕਿ ਮੈਨੂੰ ਇਹ ਕੀ ਕਰ ਸਕਦੇ ਨੇ। ਉਹ ਫਿਰ ਪੈ ਗਏ ਜਦੋਂ ਉਹਨਾਂ ਨੇ ਵੱਢ ਦਿੱਤਾ। ਫਿਰ ਮੇਰਾ ਉਹ ਜਿਹੜਾ ਬਸ ਉਹ ਯਾਰ ਜਿਹੜਾ ਸੀ ਉਹਨੇ ਹੀ ਕਤਲ ਕਰਤਾ ਹੈ। ਉਸੇ ਨੇ ਕਤਲ ਕੀਤਾ। ਫਿਰ ਕਤਲ ਕਰਕੇ ਤੇ ਮੇਰਾ ਉਦੋਂ ਮਾਮੇ ਦਾ ਮੁੰਡਾ ਕਿੰਨੇ ਕੁ ਸਾਲਾਂ ਦਾ ਸੀ? ਕੁਛੜੀ ਸੀ ਜੀ ਸਾਰਾ। ਜਦੋਂ ਇੱਧਰ ਅਸੀਂ ਆਏ ਹਾਂ ਕੁਛੜੀ ਸੀ, ਤੇ 2 ਸਾਲ ਦਾ ਸੀ। ਤੁਹਾਡੀ ਜਿਹੜੀ ਮਾਮੀ ਉਹ ਕਿਹੜੇ ਪਿੰਡ ਦੀ ਸੀ? ਉਹਦੇ ਪੇਕੇ? ਸਾਡੀ ਇਹ ਮਾਮੀ ਸੀ ਜੀ, ਆ ਤੇਰੇ ਇੱਧਰ ਸੀ, ਤੁਹਾਨੂੰ ਕੀ ਦਸੀਏ ਜੀ, ਮੁਸਲਮਾਨੀ ਸੀ। ਮੁਸਲਮਾਨਾਂ ਦੀ ਪਹਿਲਾਂ ਤੋਂ ਕੁੜੀ ਸੀ ਉਹ? ਆਹੋ ਜੀ, ਮੁਸਲਮਾਨ। ਤਦ ਹੀ ਰਹਿ ਗਏ ਉਹ? ਆਹ। ਮੈਂ ਸਮਝ ਗਿਆ। ਮੁਸਲਮਾਨਾਂ ਦੀ ਕੁੜੀ ਸੀ, ਸਜਦਾਂ ਦੀ। ਅੱਛਾ। ਪਹਿਲਾਂ ਤੇ ਉਸਨੇ ਨੇਮ ਧਰਮ ਕਰ ਲਿਆ, ਤੇ ਨੇਮ ਧਰਮ ਕਰਕੇ ਤੇ ਬੜੀ ਔਖਤ ਵੀ ਘਰ 'ਚ ਉਹਨੇ ਸਮਝੋ ਕਿ ਕੱਟੀ 6-7 ਮਹੀਨੇ ਕੱਟ ਕੇ, ਤੇ ਫਿਰ ਵੀ ਉਹ ਚਲੀ ਆਈ ਜੀ। ਬਹੁਤ ਵਿਰੋਧ ਹੋਇਆ ਹੋਣਾ? ਹਾਂਜੀ, ਬਹੁਤ ਉਹ ਕਿਹੜੇ ਪਿੰਡ, ਕਿਹੜੇ ਦੀ ਸੀ ਉਹ? ਪਿੰਡ ਜੀ ਸੋਚ ਲਓ, ਕੋਈ ਨਹੀਂ। ਸੋਚ ਲੈਣਾ, ਆ ਏਮਨਾਬਾਦ ਦੇ ਕੋਲ, ਏਮਨਾਬਾਦ ਦੇ ਵਿੱਚ ਹੀ ਸੀ। ਏਮਨਾਬਾਦ, ਠੀਕ ਹੈ। ਹਾਂਜੀ, ਏਮਨਾਬਾਦ 'ਚੋਂ ਚਲੀ ਗਈ
ਆਪਣੀਆਂ ਭਰਜਾਈਆਂ ਵੀ ਉਹਦੀਆਂ ਦੱਸਦੇ ਸੀ 3-4 ਉਹਨਾਂ ਨੇ ਮਹੀਨਾ ਰੱਸੇ ਨਾਲ ਬੰਨ੍ਹ ਕੇ ਵੀ ਰੱਖੀ। ਤੇ ਫਿਰ ਉਸਨੇ ਕਿਹਾ ਕਿ ਮੈਂ ਹੁਣ ਕਿੱਥੇ ਜਾਣਾ ਹੈ। ਫਿਰ ਵੀ ਚਲੀ ਆਈ। ਫਿਰ ਮਤਲਬ ਉਹਨੇ ਵਿਆਹ ਕਰਵਾ ਲਿਆ ਮਾਮੇ ਨਾਲ, ਹੈਂ? ਫਿਰ ਹੀ ਵਿਆਹ ਕਰਾ ਲਿਆ। ਅੱਛਾ, ਮਾਮਾ ਬਹੁਤ ਉੱਚਾ ਲੰਮਾ ਵਧੀਆ ਗੱਭਰੂ ਬੜਾ ਸੀ। ਸੋਹਣਾ ਜਵਾਨ ਸੀ ਜੀ। ਜਦੋਂ ਇਹ ਨਜ਼ਦੀਕੀ ਜਿਹੜੇ ਸਨ ਨਾ ਇਹ ਵੀ ਚੰਗੇ ਜਵਾਨ ਸਨ। ਇਹ ਜਦੋਂ 5-4 ਦੇ ਨਾਲ ਤੰਗੀ ਕਰਦੇ ਹਨ ਫਿਰ ਉਹ ਜਾ ਕੇ ਤੇ ਉੱਥੇ ਏਮਨਾਬਾਦ ਹੀ ਨੌਕਰੀ ਕਰਦਾ ਸੀ। ਉਹ ਹੀ ਫਿਰ ਲੜ ਲੱਗੀ ਨਾ ਵੀ ਏਡਾ ਸੋਹਣਾ ਜਵਾਨ ਹੈ। ਹੈ ਮੋਟੀਆਂ ਅੱਖਾਂ ਸਨ, ਜਵਾਨ ਸੀ। ਨਹੀਂ, ਪਹਿਲਾਂ ਮੋਨਾ ਸੀ ਕਿ ਸਰਦਾਰ ਸੀ? ਪਹਿਲਾਂ ਤਾਂ ਮੋਨਾ ਰਿਹਾ ਮੋਨਾ ਜੀ। ਹੋਣਾ। ਫਿਰ ਮੈਨੂੰ ਇਹ ਜਿਹੜੇ ਨੇ ਬੰਦੇ ਮੇਰੇ ਸੱਤੇ, ਜਦੋਂ ਮੇਰੀ ਜ਼ਮੀਨ ਦੇ ਉੱਤੇ ਹੀ ਇਹ ਸਾਰਾ ਮਰਦੇ ਨੇ ਵੀ ਲੋਕਾਂ ਨੂੰ ਕਿਉਂ ਵਾਹਣ ਨੂੰ ਦਿੰਦਾ। ਤੇ ਫਿਰ ਉਹਨੇ ਵਾਲ ਹੀ ਕਟਾ ਛੱਡਿਆ। ਅੱਛਾ, ਉਹਦੇ ਸ਼ਰੀਕ ਉਹਨੂੰ ਕਹਿੰਦੇ ਸੀ ਆਪਣੀ ਜ਼ਮੀਨ ਨਾ ਦੇ ਕਿਸੇ ਨੂੰ? ਨਾ ਵੀ ਸਾਨੂੰ ਦੇ ਵਾਹਣ ਲਈ ਉਹ ਕਹਿੰਦਾ ਸੀ ਅੱਛਾ ਕਿ ਅੱਛਾ, ਨਹੀਂ। ਉਹਦੇ ਭਰਾ ਸੀਗੇ ਮਾਮੇ ਦੇ ਹੋਰ ਵੀ ਤੁਹਾਡੇ ਮਾਮੇ? ਉਹਦੇ ਜੀ ਭਰਾ ਦੂਜੀ ਤੀਜੀ ਪੀੜ੍ਹੀ ਦੇ ਵਿੱਚੋਂ ਹਨ, ਚਾਚੇ ਤਾਇਆਂ ਦੇ ਪੁੱਤਰ। ਇੱਥੇ ਆ ਮਦੂਦੀ ਨੇ ਜੀ ਆਈ ਉਹਨਾਂ ਦੀ, ਉਹ ਵੀ ਮਾਰ ਖਪ ਗਏ ਨੇ। ਤੇ ਫਿਰ ਤੁਹਾਡਾ ਉਹਦੇ ਨਾਲ ਸੰਪਰਕ ਕਦੋਂ ਹੋਇਆ, ਇਸ ਪਰਿਵਾਰ ਨਾਲ? ਕਿਹੜੇ ਨਾਲ ਜੀ? ਮਾਮੇ ਦੇ ਮੁੰਡੇ ਨਾਲ, ਉਹਦੀ ਘਰ ਵਾਲੀ ਨਾਲ ਮੁੜ ਕੇ? ਬਾਅਦ 'ਚ ਵੀ ਸਾਨੂੰ ਦੱਸਿਆ ਗਾ ਇਹਨਾਂ ਨੇ ਕਿ ਉੱਥੇ ਮਾਰਿਆ ਗਿਆ ਸੀ। ਅਸੀਂ ਫਿਰ ਪਾਪਾ ਮੇਰਾ ਫਿਰ 2-3 ਸਾਲ ਹੀ ਗਿਆ, ਜਾ ਕੇ 2-3 ਮਹੀਨੇ ਇੱਥੇ ਰੱਖਿਆ ਲਾਹੌਰ ਉਹਨੂੰ, ਮੁੰਡੇ ਨੂੰ, ਛੋਟੇ ਮੁੰਡੇ ਨੂੰ? ਨੂੰ, ਤੇ ਉਹਦੀ ਮਾਂ ਨੂੰ ਵੀ। ਅੱਛਾ, ਤੇ ਉਹ ਨਹੀਂ ਮੰਨੇ। ਸਰਕਾਰ ਨੇ ਕਿਹਾ ਕਿ ਇਹ ਨਹੀਂ ਜਾ ਸਕਦੀ। ਇਹ 18 ਸਾਲ ਦਾ, ਇਹ ਮੰਨਦਾ ਹੀ ਨਹੀਂ ਹੈ। ਹੁਣ ਤੁਸੀਂ ਐਵੇਂ। ਉਹ 18 ਸਾਲ ਦਾ ਹੋ ਗਿਆ ਸੀਗਾ? ਨਹੀਂ ਜੀ, ਹੋਇਆ ਨਹੀਂ ਨਾ 18 ਸਾਲ ਦਾ। ਤਾਂ ਹੀ ਛੋਟਾ। ਉਹ ਬੱਚਾ ਸੀ ਨਾ, ਤਾਂ ਹੀ ਮਾਂ ਨੂੰ ਹੱਕ ਉਹਦਾ ਕੀ ਦਿੱਤਾ। ਨਾਂ ਰੱਖਿਆ ਸੀ ਇਹ ਵੀ ਨਹੀਂ ਪਤਾ? ਮੁਸਲਮਾਨਾਂ ਉਹਦਾ ਦਾ ਨਾਂ ਨਾਂ ਰੱਖਿਆ ਸੀ? ਅਸਾਂ ਤੇ ਰੱਖਿਆ ਸੀ ਜੀ ਹਰਨਾ, ਉਹਦਾ ਪੂਰਨ ਸਿੰਘ। ਅੱਛਾ ਜੀ। ਉਹਨੇ ਮੁਕੱਦਮਾ ਵੀ ਜੀ ਜ਼ਮੀਨ ਦਾ ਕੀਤਾ ਸੀ, ਕਲੇਮ ਦੇ। ਕਲੇਮ ਇੱਧਰ ਆ ਗਿਆ ਸੀ ਅੱਛਾ ਜੀ, ਪੂਰਨ ਸਿੰਘ ਨੇ? ਪੂਰਨ ਸਿੰਘ ਨੇ। ਅੱਛਾ। ਉਹਦਾ ਫਿਰ ਕਾਗਜ਼ੀ ਜਾ ਕੇ ਤੇ ਕਿਤੇ ਚੌਂਕੀਦਾਰ ਨੇ ਹਰਨਾਮ ਸਿੰਘ ਨਾਂ ਲਿਖਾਤਾ। ਜਦੋਂ ਕੇਸ ਦੇ ਵਿੱਚ ਅਦਾਲਤ 'ਚ ਗਿਆ ਤੇ ਕੇਸ ਫੇਲ ਹੋ ਗਿਆ ਕਿ ਇਹ ਸੁੰਦਰ ਸਿੰਘ ਦਾ ਪੁੱਤਰ ਨਹੀਂ ਹੈ, ਸੁੰਦਰ ਸਿੰਘ ਦਾ ਪੁੱਤਰ ਹਰਨਾਮ ਸਿੰਘ ਹੈ। ਫਿਰ ਮੇਰੇ ਬਾਪ ਨੂੰ ਕਹਿੰਦਾ ਰਿਹਾ ਕਿ ਤੂੰ ਫਫੜਾ ਬਿਆਨ ਦੇ, ਮੇਰੀ ਜ਼ਮੀਨ ਇੱਥੇ ਰਹੇ। ਆਖਣ ਲੱਗਾ ਤੂੰ ਉੱਧਰ ਚੱਲ, ਤੇਰੀ ਉੱਧਰ ਕਲੇਮ ਗਿਆ ਜਦੋਂ। ਇੱਥੇ ਫਿਰ ਜੀ ਕਲੇਮ ਦਿੱਤੇ। ਟੰਡਨ ਸਾਹਿਬ ਨੇ ਮੇਰੇ ਬਾਪ ਨੂੰ, ਮੇਰੀ ਮਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਮੱਦੇ ਮਾਨਤ 'ਚ ਜ਼ਮੀਨ ਰੱਖ ਲਓ। ਅੱਛਾ, ਉਹਨਾਂ ਆਖਿਆ ਨਹੀਂ। ਜ਼ਮੀਨ ਕਿੰਨੀ ਸੀਗੀ? ਜ਼ਮੀਨ ਜੀ ਇੱਧਰ 35 ਕਿੱਲੇ ਆਈ ਸੀ। ਇਹਦਾ ਮਤਲਬ ਚੰਗਾ ਸੀ ਘਰੋਂ? ਨਹੀਂ ਜੀ, ਜ਼ਮੀਨ ਦੇ ਮਰਲੇ ਖੁੱਲੇ ਹਨ। ਸਾਡੀ ਵੀ ਜ਼ਮੀਨ ਕਾਸ਼ੀ ਸੀ ਤਾਂ ਹੀ। ਤੁਹਾਡੇ ਫਿਰ ਤੁਹਾਡੇ ਮਾਤਾ ਜੀ ਤਾਂ ਬਹੁਤ ਉਦਾਸ ਰਹੇ ਹੋਣੇ, ਇੱਕੋ ਭਰਾ ਸੀ। ਆਹ ਜੀ ਉੱਥੇ ਅਦਾਸ ਰਹਿ ਤੇ ਗਿਆ। ਅਦਾਸ ਤੇ ਰਹੇ ਸਨ। ਫਿਰ ਇੱਥੇ ਉਹਦੇ ਬੱਚੇ ਸਨ, ਉਹਦੇ ਸਮਝਾ ਕੇ ਮੇਰੇ ਬਾਪ ਨੇ ਕਿੰਨੀਆਂ ਕਿਹਾ। ਮਾਸੀਆਂ ਕਿੰਨੀਆਂ ਸੀ ਤੁਹਾਡੀਆਂ? ਹੈ ਜੀ, ਤੁਹਾਡੀਆਂ ਮਾਸੀਆਂ? ਮਾਸੀ ਸਾਡੀ ਜੀ ਇੱਕੋ ਹੀ ਸੀ। ਉਹ ਇੱਥੇ ਨਾਲ ਵੀ ਲੋਕ ਹੀ ਸੀ ਹਨ। ਉੱਥੇ ਹਰਨਾਮ ਸਿੰਘ ਵੱਧ ਸੀ। ਇਹਦਾ ਮਤਲਬ ਮੁੰਡਾ ਤਾਂ ਤੁਹਾਡੇ ਮਾਮੇ ਦਾ ਹਾਲੇ ਵੀ ਹੋਊਗਾ? ਜੋ ਅਜੇ ਹੈ ਜੀ, ਆਇਆ ਸੀ ਜੀ ਇੱਕ ਵਾਰੀ ਇੱਥੇ ਸਾਨੂੰ ਮਿਲਣ ਵਾਸਤੇ ਆਇਆ ਸੀ। ਮੇਰਾ ਬਾਪ ਗੁਜ਼ਰ ਗਿਆ ਸੀ ਤੇ ਅਸਾਂ ਤੱਕੋ ਹੀ ਸਮਝਿਆ ਵੀ ਕਿਸੇ ਵਕੀਲ ਨੇ ਕਿਹਾ ਹੋਣਾ ਕਿ ਹੁਣ ਤੇ ਉਹ ਮਰ ਗਿਆ, ਹੁਣ ਬਿਆਨ ਖੁਰਦ-ਫੁਰਦ ਹੋਣਗੇ, ਤੂੰ ਜਾ ਉੱਥੇ ਜਾ ਕੇ ਤੇ ਆਪਣੀ ਜ਼ਮੀਨ ਦੀ ਦਿਆ ਕਲੇਮ ਦਾ। ਉਹ ਫਿਰ ਇੱਥੇ ਆਇਆ, ਮੈਂ ਉਹਦੇ ਨਾਲ ਜਲੰਧਰ ਗਿਆ ਸੀ ਜੀ। ਅੱਛਾ। ਇੱਥੇ ਫਿਰ ਜਿਹੜਾ ਉਹਦਾ ਰਿਕਾਰਡ ਸੀ ਉਹ ਸਾਰਾ ਫੂਕ ਕੱਤਾ ਸੀ। ਉਹ ਕੀ ਤੁਸੀਂ ਉਹਨੂੰ ਪੁੱਛਿਆ ਵੀ ਕਿੰਨੇ ਕੁ ਦੁੱਖ ਝੱਲਣੇ ਪਏ ਉੱਧਰ ਰਹਿ ਕੇ? ਉਹਨੂੰ ਪੁੱਛਿਆ ਜੀ, ਉਹ ਆਪ ਹੀ ਵਿਚਾਰਾ ਰੋਂਦਾ ਸੀ ਸਾਡੇ ਅੱਗੇ ਕਿ ਮਤਲਬ ਇੱਕ ਮਜ਼ਦੂਰ ਬਣ ਕੇ ਰਹਿ ਗਏ ਉਹ, ਮਜ਼ਦੂਰ ਬਣ ਕੇ ਹੀ ਰਹੇ ਨੇ। ਜਿਨ੍ਹਾਂ ਦੇ 35 ਕਿੱਲੇ ਸੀ। ਹਾਂਜੀ। ਤੇ ਉਹਨਾਂ ਦੀ ਮਾਂ ਫਿਰ ਪੂਰੀ ਹੋ ਗਈ ਹੋਣੀ ਆ? ਉਹਨਾਂ ਦੀ ਮਾਂ ਦਾ ਹੁਣ ਮੈਨੂੰ ਨਹੀਂ ਪਤਾ। ਪਤਾ ਨਹੀਂ ਜੀ। ਮੈਂ ਉਹਨੂੰ ਇੱਥੇ
ਜਵਾਬ ਹੀ ਦੇ ਦਿੱਤਾ ਸੀ ਕਿ ਭਾਈ ਹੁਣ ਤੇਰਾ ਇੱਥੇ ਰਿਕਾਰਡ ਹੀ ਖਤਮ ਹੋ ਗਿਆ, ਹੁਣ ਨਹੀਂ ਇੱਥੇ। ਤੁਸੀਂ ਮਿਲੇ ਉਹਦਾ ਪਿਆਰ ਨਾਲ ਉਹਨੂੰ? ਹਾਂਜੀ, ਇੱਥੇ ਰਿਹਾ 2-3 ਦਿਨ ਰਿਹਾ ਫਤਿਹਗੜ੍ਹ ਅੱਛਾ, ਸਾਹਿਬ। ਅੱਛਾ। ਇੱਥੇ ਉਹ ਮੁਸਲਮਾਨਾਂ ਦਾ ਜਿਹੜਾ ਹਾਂਜੀ ਹੁਜਰਾ, ਜਿਹੜਾ ਮੈਨੂੰ ਵੀ ਉਹਨਾਂ ਦਰਸ਼ਨ ਕਰਾਏ ਕਿ ਸਰਦਾਰ ਜੀ ਤੁਸੀਂ ਵੀ ਆ ਜਾਓ, ਜਿੱਥੇ ਬੜੇ ਬੜੇ ਦਸ਼ਾਦੇ ਅੱਬਲ ਉਹਨਾਂ ਨੇ ਦਿੱਤੇ ਸੀ ਉਹ ਕਬਰ ਵਿੱਚ। ਹਾਂਜੀ ਹਾਂਜੀ ਹਾਂਜੀ, ਉਹ ਗਿਆ ਉੱਥੇ? ਉੱਥੇ ਕੀ ਗਿਆ ਉਹ, ਅਜੇ ਮੈਨੂੰ ਕਹਿਣ ਕਿ ਇੱਥੇ ਐਨਵਰ ਲੈ ਜਾਓ ਇਹਨਾਂ ਨੂੰ ਨਾਲ। ਕਿਉਂ ਤੇ ਉਹਦਾ ਨਾਂ ਕੀ ਆ ਹੁਣ? ਉਹਦਾ ਨਾਮ ਹੀ ਭੁੱਲ ਗਏ ਆ ਜੀ ਅਸੀਂ। ਅੱਛਾ ਅੱਛਾ ਅੱਛਾ। ਹਾਂ। ਦੇਖੋ ਜੀ ਕਿੱਦਾਂ ਇੱਕ ਐਮਨਾਬਾਦ ਕੰਮ ਕਰਦਿਆਂ ਆਹੋ ਕਿੱਦਾਂ ਜੀ। ਇੱਕ ਕਹਾਣੀ ਸ਼ੁਰੂ ਹੋਈ, ਉਹਨੇ ਸਾਰਾ ਕੁਝ ਹੀ ਮੋੜ ਕੇ ਰੱਖਤਾ। ਹਾਂਜੀ, ਸਾਰਾ ਕੁਝ ਉਹ 47 ਤੋਂ ਪਹਿਲਾਂ ਹੀ ਮੁਸਲਮਾਨ ਹੋ ਗਿਆ ਸੀ? ਨਾ ਜੀ ਨਾ, ਅੱਛਾ, ਮੁਸਲਮਾਨ ਉਹ ਸੀ। ਸਿੱਖਣੀ ਅਸਾਂ ਬਣਾਈ ਕਿ ਅੱਛਾ 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 ਵਾਹ ਅੱਛਾ। ਜੀ ਵਾਹ। ਤਾਂ ਉਦੋਂ ਫਿਰ ਵਿਰੋਧ ਤਾਂ ਨਹੀਂ ਹੋਇਆ ਸੀ ਵੀ ਇੱਕ? ਨਾ ਕੋਈ ਵਿਰੋਧ ਨਹੀਂ, ਜਿਹੜਾ ਵਿਰੋਧ ਇਹ ਪਿਛਲਿਆਂ ਕਰ ਲਿਆ ਨਾ, ਜਦੋਂ ਪਹਿਲਾਂ ਉਹ ਆਈ ਤੇ ਉਹਨਾਂ 2-4 ਮਹੀਨੇ ਕਰ ਲਿਆ, ਬੰਨ੍ਹ ਕੇ ਵੀ ਰੱਖ ਲਈ, ਜੋ ਮਰਜ਼ੀ ਰੱਖ ਲਿਆ। ਫਿਰ ਆਖਰਕਾਰ ਉਹ ਆ ਕੇ ਸਾਨੂੰ ਦੱਸਦੀ ਸੀ ਕਿ ਮੈਂ ਕਿਹਾ ਆਪਣੀਆਂ ਭਰਜਾਈਆਂ ਨੂੰ ਤਾਂ ਬਾਹਰ ਹੀ ਜਾਈਦਾ ਨਾ ਜੰਗਲ ਪਾਣੀ, ਹਾਂਜੀ ਹਾਂਜੀ ਕਿ ਮੈਂ ਹੁਣ ਕਿਹੜੀ ਭੱਜ ਚੱਲੀਆਂ, ਮੈਂ ਨਹੀਂ ਹੁਣ ਜੀ ਜੀ। ਜਾਂਦੀ। ਫਿਰ ਉਹ ਚਲੀ ਆਈ, ਆ ਕੇ ਅਸਾਂ ਫਿਰ ਅੱਛਾ, ਉਹ ਵੀ ਸੋਹਣੀ ਸੀ, ਮਾਮੀ ਵੀ ਉੱਚੀ ਲੰਮੀ ਸੀ? ਬੜੀ ਲੰਬੀ ਜਵਾਨ ਸੀ। ਅੱਛਾ, ਚੰਗਾ ਸੁਭਾਅ ਸੀ ਹੈ? ਹਾਂ, ਬੜੀ ਸਾਡੇ ਨਾਲ। ਵਾਹ ਰਿਸ਼ਤੇ ਹੈ। ਤੇ ਤੁਸੀਂ ਫਿਰ 47 ਦੇ ਵਿੱਚ ਕਿੰਨੇ ਸਾਲਾਂ ਦੇ ਸੀ? ਮੈਂ 47 ਦੇ ਵਿੱਚ ਹੈ ਸਾਂ ਜੀ 15-16 ਸਾਲਾਂ ਦਾ। ਅੱਛਾ। ਤੇ ਫਿਰ ਜਦੋਂ ਰੌਲੇ ਪਏ, ਹਾਂਜੀ। ਉਹ ਪੂਰੀ ਕਹਾਣੀ ਸੁਣਾਓ ਵੀ ਕਿੱਦਾਂ ਤੁਰੇ, ਕਿਵੇਂ ਪਤਾ ਲੱਗਿਆ, ਕੀ ਹੋਇਆ? ਅਸੀਂ ਵੀ ਜੀ ਇਹ ਹੈ ਕਿ ਮੇਰਾ ਚਾਚਾ ਜਿਹੜਾ ਸੀ ਨਾ, ਉਹ ਫੌਜ ਦੇ ਵਿੱਚ ਨੌਕਰ ਸੀ। ਅੱਛਾ, ਕੀ ਨਾਂ ਸੀ ਉਹਨਾਂ ਦਾ? ਕਰਤਾਰ ਸਿੰਘ। ਜੀ ਜੀ। ਉਹ ਵੀ ਅੱਜ ਸਾਲ ਕੁ ਹੋਇਆ ਸਰਗਵਾਸ ਹੋ ਗਏ ਨੇ। ਇਹਦਾ ਮਤਲਬ ਉਹਨਾਂ ਦੀ ਉਮਰ ਤਾਂ ਹੋਊਗੀ 100 ਸਾਲ? ਹੈ ਨਹੀਂ ਜੀ, ਮੇਰੇ ਨਾਲ ਕੋਈ 10-12 ਸਾਲ ਦੀ, ਉਹ ਵੀ ਵੱਡਾ ਸੀ, ਛੋਟਾ ਸੀ। ਜੀ ਜੀ। ਅੱਛਾ ਅੱਛਾ। ਵੱਡਾ ਜਿਹੜਾ ਸੀ ਉਹ ਵੱਡਾ ਸੀ। ਜੀ। ਤੇ ਉਹ ਪਹਿਲਾਂ ਤਾਂ ਸਾਨੂੰ ਕਹਿ ਗਿਆ ਕਿ ਅਸੀਂ ਇੱਥੇ ਹੀ ਰਹਾਂਗੇ, ਸਾਡਾ ਇਲਾਕਾ ਜਿਹੜਾ ਨਾ ਅਟਕ ਦਰਿਆ ਤੋਂ ਇਹ ਆ ਗਿਆ ਹਿੰਦੁਸਤਾਨ 'ਚ। ਅੱਛਾ। ਬਾਅਦ ਵਿੱਚ ਜਦੋਂ ਤਰੀਕ ਨੇੜੇ ਆ ਗਈ, ਭਾਦਰੋਂ ਚੜ੍ਹ ਗਿਆ, ਫਿਰ ਉਹ ਆ ਗਿਆ, ਕਹਿਣ ਲੱਗਾ ਕਿ ਤੁਸੀਂ ਚਲੋ ਸਿਆਲਕੋਟ ਕੈਂਪ ਦਾਰੋ ਚੱਲ ਕੇ। ਬਜ਼ੁਰਗ ਮੇਰਾ ਦਾਦਾ ਜਿਹੜਾ ਸੀ ਨਾ ਜੀ, ਉਹ ਬੜਾ ਖਬਰਦਾਰ ਸੀ। ਉਹ ਕਹਿੰਦਾ ਉਹ ਤੂੰ ਜਾ, ਸਾਡੇ ਨੇੜੇ ਕੋਈ ਨਹੀਂ ਆਉਂਦਾ, ਤੂੰ ਚਲਿਆ ਜਾ, ਸਾਡਾ ਪਿੰਡ ਦਾ ਏਕਾ ਬੜਾ ਹੈ। ਉਹ ਫਿਰ ਸਾਡੇ ਪਿੰਡ ਜੀ ਹਿਲ ਜੁਲ ਜਦੋਂ ਹੋ ਗਈ ਰਾਤ ਨੂੰ, ਉਧਰ ਉਧਰ ਹੀ ਪਿੰਡਾਂ ਦੇ ਲੋਕ ਆਏ ਮਾਰਨ ਵਾਸਤੇ। ਫਿਰ ਪਿੰਡ ਦਾ ਜਦੋਂ ਵਰਤਾਵਾ ਚੱਲਿਆ, ਫਿਰ ਉਸ ਮੇਰਾ ਚਾਚਾ ਆ ਕੇ ਤੇ ਸਾਨੂੰ ਦੋਵਾਂ ਭਰਾਵਾਂ ਨੂੰ ਲੈ ਗਿਆ। ਇੱਕ ਉਹਦਾ ਪੁੱਤਰ ਵੀ ਮੇਰੇ ਨਾਲ 2.5-3 ਸਾਲ ਛੋਟਾ ਸੀ, ਅੱਛਾ ਉਹ ਫੌਜ 'ਚ ਗੁਜ਼ਰ ਗਿਆ ਸੀ ਸੰਨ 65 'ਚ, ਅੱਛਾ। ਸ਼ਹੀਦ ਹੋ ਗਿਆ ਸੀ। ਓਹੋ। ਤੇ ਅਸੀਂ ਫਿਰ ਇੱਥੇ ਸਿਆਲਕੋਟ, ਇਹ ਫਿਰ ਸਾਡੇ ਜਿਹੜੇ ਬਾਕੀ ਦੇ ਹਨ ਜੀ, ਇਹ ਸਾਡੇ ਕੋਲ ਬਡਿਆਣਾ ਹਾਂਜੀ, ਨਾਲ ਹੀ ਸਿੱਧਾ ਮੱਲੀਆਂ ਦਾ ਪਿੰਡ। ਇੱਥੇ ਤੋਪਾਂ ਦਾ ਅੱਡਾ ਸੀ, ਤੋਪਾਂ ਵੀ ਹੈ ਸਨ ਕਦੇ। ਇੱਥੇ ਫਿਰ ਕੈਂਪ ਲੱਗ ਗਿਆ, ਇੱਥੇ ਕੈਂਪ 'ਚ ਚਲੇ ਗਏ ਫਿਰ ਸਾਡੇ ਬਜ਼ੁਰਗ ਜਿੰਨੇ ਸਨ ਸਾਰੇ। ਇਹ ਫਿਰ ਮੇਰੇ ਚਾਚਾ ਫੌਜ ਦੇ ਵਿੱਚ ਸੀ, ਇਹ ਫਿਰ ਕਿਸੇ ਅੰਗਰੇਜ਼ ਨੂੰ ਲੈ ਕੇ ਤੇ ਇੱਥੋਂ ਉਹਨਾਂ ਨੂੰ ਕੱਢ ਕੇ ਤੇ ਫਿਰ ਲੈ ਗਿਆ। ਮੇਰੇ ਚਾਚੇ ਨੂੰ ਹੀ, ਮੇਰੇ ਬਾਪ ਨੂੰ ਹੀ, ਮੇਰੀ ਮਾਂ ਨੂੰ ਹੀ, ਮੇਰੀ ਚਾਚੀ ਨੂੰ ਹੀ, ਹਾਂਜੀ, ਦੋਵਾਂ ਚਾਚੀਆਂ ਨੂੰ ਲੈ ਕੇ ਤੇ ਸਿਆਲਕੋਟ ਫਿਰ ਕੈਂਪ 'ਚ ਰੱਖ ਕੇ ਤੇ ਸਾਨੂੰ ਫੌਜ ਦੇ ਹੱਕ ਦੇ ਵਿੱਚ ਕਰਕੇ ਤੇ ਇੱਥੋਂ ਫਿਰ ਸਾਨੂੰ ਟਰੱਕ 'ਚ ਹੀ ਲੈ ਆਇਆ। ਲਾਹੌਰੋਂ ਆ ਕੇ ਟਰੱਕ ਬਦਲੇ, 5 ਟਰੱਕ ਉੱਥੋਂ ਆਏ, ਇੱਥੇ ਆ ਕੇ 3 'ਚ ਸਮਾਨ ਜਿਹੜਾ ਸੀ ਬਾਕੀ ਦਾ ਸੁੱਟਿਆ ਗਿਆ। ਜ਼ਿਆਦਾ ਸਮਾਨ ਸੀ ਪੰਜਾਂ ਦਾ, ਉਹ ਸੁੱਟ ਕੇ ਅਸੀਂ ਤੇ ਇੱਥੇ ਜਲੰਧਰ ਆ ਗਏ ਜੀ ਰਾਤ ਦੇ 9-10 ਵਜੇ। ਐਸ਼ ਤੇ ਉੱਥੋਂ ਫਿਰ
ਅਸੀਂ ਇੱਥੇ ਰਹੇ ਕੋਈ ਮਹੀਨਾ ਕੁ। ਫਿਰ ਸਾਡੇ ਆ ਪਿੰਡ ਦੇ ਲੋਕ ਜਿਹੜੇ ਸਨ ਮੁੰਡੇ ਫੌਜੀ ਸਾਡੇ ਪਿੰਡ ਦੇ ਬੜੇ ਹਨ ਜੀ, ਰਿਟਾਇਰ ਵੀ ਹੋਏ। ਘਰ ਘਰ ਦਾ ਫੌਜੀ ਹੈ ਸਾਡੇ ਪਿੰਡ ਦਾ। ਅੱਛਾ ਹੁਣ ਵੀ ਫੌਜ ਦੇ ਵਿੱਚ ਮੁੰਡੇ ਨੇ। ਉਹ ਫਿਰ ਸਾਨੂੰ ਲੱਭ ਕੇ ਇੱਥੋਂ ਜਲੰਧਰੋਂ ਤੇ ਸਾਨੂੰ ਫਿਰ ਇੱਥੇ ਸ਼ਾਹਪੁਰ ਲੈ ਆਏ। ਅਸੀਂ ਫਿਰ ਇੱਥੇ ਆ ਕੇ ਸ਼ਾਹਪੁਰ ਉਹ ਪਿੰਡ ਇਕੱਠਾ ਕੀਤਾ। ਇੱਥੇ ਪਿੰਡ ਫਿਰ ਪਟਵਾਰੀ ਨਾਲ ਲੈ ਕੇ ਇੱਥੇ ਨਾਭਾ ਰਿਆਸਤ ਵਿੱਚ ਸੀ ਇਹ ਸ਼ਾਹਪੁਰ। ਜੀ। ਉੱਥੇ ਉਹ ਜਿਹੜਾ ਸੀ ਰਾਜੇ ਦਾ ਪੁੱਤਰ ਗੁਰਦਰਸ਼ਨ ਸਿੰਘ, ਉਹ ਕਹਿੰਦਾ ਕਿ ਜੇ ਤੇ ਆਏ ਨੇ ਰਿਆਸਤ 'ਚੋਂ ਫਿਰ ਤੇ ਅਸੀਂ ਪਨਾਹ ਦਿੰਦੇ ਹਾਂ, ਜੇ ਅੰਗਰੇਜ਼ੀ ਹਲਕੇ 'ਚੋਂ ਆਏ ਨੇ ਫਿਰ ਨਹੀਂ। ਜੀ। ਅਸੀਂ ਕਿਹਾ ਕਿ ਅਸੀਂ ਤੇ ਅੰਗਰੇਜ਼ੀ ਹਲਕੇ 'ਚੋਂ ਆਏ ਨੇ। ਉਹ ਕਹਿੰਦਾ ਅਸੀਂ ਨਹੀਂ ਪਨਾਹ ਦਿੰਦੇ। ਫਿਰ ਚਲੇ ਆਏ ਲੋਕ ਆ ਕੇ ਤੇ ਉਹ ਪਟਵਾਰੀ ਉਂਝ ਕਹਿੰਦਾ ਕਿ ਤੁਸੀਂ ਇੱਥੇ ਸ਼ਾਹਪੁਰ 'ਚ ਬੈਠੇ ਰਹੋ। ਅਸੀਂ ਸਾਰਾ ਪਿੰਡ ਜਿਹੜਾ ਨਾ ਹੁਣ ਜਿੰਨੇ ਤੁਹਾਂ ਦੱਸੇ ਨੇ, ਉੱਥੇ ਫੂਲੇਵਾਲ, ਰਾਗ ਭੱਟੀਆਂ ਜੀ, ਰਾਗ ਭੱਟੀਆਂ ਜਿਹੜੇ ਨੇ ਇੱਥੇ ਨੇ, ਅਤੇ ਉਹ ਪਿਛਾਂ ਵੀ ਜਿਹੜਾ ਸ਼ਾਹਪੁਰ ਹੈ ਉੱਥੇ ਵੀ ਅਸੀਂ ਸਾਰਾ ਪਿੰਡ ਇਕੱਠੇ ਸੀ। ਅਸੀਂ ਫਿਰ ਇੱਥੇ ਮਹੀਨਾ ਕਰੇ। ਫਿਰ ਉਹ ਪਟਵਾਰੀ ਬਦਲ ਗਿਆ, ਇੱਕ ਇੱਥੋਂ ਟੌੜੇ ਤੋਂ ਗਿਆ। ਅੱਛਾ। ਉਹ ਕਹਿਣ ਲੱਗਾ ਕਿ ਮੈਂ ਕਹਿ ਕੇ ਆਇਆ ਮੈਂ ਰਾਜੇ ਨੂੰ ਕਿ ਉੱਥੇ ਮਕਾਨ ਬਾਜੀਗਰ ਜਿਹੜੇ ਨੇ ਢਾਹ ਕੇ ਦੇਈ ਜਾਂਦੇ ਨੇ, ਫਿਰ ਤੁਹਾਂ ਸਾਡੇ ਕੋਲ ਉਹਨਾਂ ਦੇ ਅਕੀਦਾ ਲੈਣਾ ਵੀ ਕਿੰਨੇ ਮਕਾਨ ਇੱਥੇ ਢਾਏ ਗਏ ਨੇ, ਕਿੰਨੇ ਗਿਰੇ ਗਏ ਨੇ, ਤੁਸੀਂ ਰਾਖੀ ਨਹੀਂ ਕਰਦੇ ਅਤੇ ਤੁਸੀਂ ਅਲਾਟ ਕਰੋ। ਜਦੋਂ ਰਿਆਸਤ ਵਾਲੇ ਆਉਣਗੇ ਉਦੋਂ ਉਹਨਾਂ ਨੂੰ ਤੁਸੀਂ ਦੇ ਦਿਓ ਜੇ ਜਿਹੜੇ ਆਏ ਨੇ ਅੰਗਰੇਜ਼ੀ 'ਚ ਉਹਨਾਂ ਨੂੰ ਪਨਾਹ ਤੇ ਦਿਓ। ਜੀ। ਚਲੋ ਜੀ, ਉਹ ਮੰਨ ਗਿਆ। ਕਹਿੰਦਾ ਫਿਰ ਮੈਂ ਇਹਨਾਂ ਨੂੰ ਪਿੰਡ ਠੇਕੇ 'ਤੇ ਦੇਣਾ। ਫਿਰ ਸਾਨੂੰ ਇਹ 2300 'ਚ ਪਿੰਡ ਠੇਕੇ 'ਤੇ ਦਿੱਤਾ। ਵਾਹ ਜੀ ਵਾਹ। ਹੈ ਜੀ, ਫਸਲ ਬੜੀ ਸੀ ਜੀ, ਬਹੁਤ ਚੰਗਾ ਪਿੰਡ ਸੀ। ਅੱਛਾ। ਅਸੀਂ ਫਿਰ ਇੱਥੇ ਪੱਤੀਆਂ ਬਣਾ ਕੇ 4-5 ਬਸ ਇੱਥੋਂ ਆਪਣੀ ਫਸਲ ਵੰਡ ਕੇ ਸਾਰੀ ਵੇਚ ਕੇ ਤੇ ਇੱਥੇ ਅਸੀਂ 3 ਸਾਲ ਰਹੇ ਹਾਂ। ਜੀ। 3 ਸਾਲ ਤੋਂ ਬਾਅਦ ਆ ਫਿਰ ਸਾਡੇ ਕੋਲ ਤੂੜੀ ਮੰਗੀ ਜੀ। ਇੱਥੇ ਗੁਰਦਿਆਲ ਸਿੰਘ ਸੀ ਆ ਚਹਿਲ ਦਾ ਤਹਿਸੀਲਦਾਰ। ਉਹਨੇ ਆਖਿਆ ਇਹ ਚਿੱਟੇ ਚਾਦਰੇ ਪਾ ਕੇ ਫਿਰਦੇ ਹਨ ਤੇ ਖੇਤੀ ਬੜੀ ਕਰਦੇ ਨੇ। ਜੀ। ਜੀ। ਤੇ ਤੂੜੀ ਤੇ ਕੋਈ ਘੱਲ। ਉਹ ਪਟਵਾਰੀ ਨੂੰ ਸਾਡੇ ਬਜ਼ੁਰਗ ਵੀ ਵੇਖਣਾ, ਚੌਧਰੀ ਸਨ, ਖੁੱਲੇ ਸੁਭਾਅ ਦੇ। ਕਹਿੰਦੇ ਅਸੀਂ ਕਦੇ ਇਹਨਾਂ ਤਹਿਸੀਲਦਾਰਾਂ ਦੇ ਘਰ ਤੂੜੀ ਤਾੜੀ ਦਾਣੇ ਨਹੀਂ ਛੱਡਣ ਗਏ। ਉਹਨੂੰ ਆਖੀ ਵੀ ਪੱਲੀਆਂ 'ਤੇ ਗੱਡਾ ਭੇਜ ਅਤੇ ਬੰਨ੍ਹ ਕੇ ਘੱਲ ਦਿਆਂਗੇ। ਇਹਨੇ ਕੋਈ ਦਿਲ 'ਚ ਰੜਕ ਰੱਖੀ। CM ਸੀ ਆ ਚਨਾਸਲ ਦਾ, ਉਸਨੇ ਜੀ ਜਦੋਂ ਅਲਾਟ ਪੱਕੀ ਹੋਣ ਲੱਗੀ ਅਤੇ ਉਸਨੇ ਕਿਹਾ ਕਿ ਲਿਆਓ ਤੁਹਾਡੀਆਂ ਪਰਚੀਆਂ ਦਿਓ। ਤਹਿਸੀਲਦਾਰ ਸਾਹਿਬ ਨੇ ਕਿਹਾ ਕਿ ਭਾਈ ਘੱਦਣੀਆਂ ਨੇ ਜਲੰਧਰ ਪੱਕੀਆਂ ਜ਼ਮੀਨਾਂ ਕਰਨੀਆਂ ਨੇ ਜਿੰਨੀਆਂ ਤੁਹਾਡੀਆਂ ਆਈਆਂ ਨੇ। ਉਸਨੇ ਜਨਾਬ ਸਾਡੀਆਂ ਮੁਰਦੇਖਾਨੇ ਜਾ ਕੇ ਪਰਚੀਆਂ ਰੱਖਦੀਆਂ, ਉਹ ਤੂੜੀ ਦੇ ਐਲਾਨ 'ਚ ਸਾਡੀਆਂ ਪਰਚੀਆਂ ਮੁਰਦੇਖਾਨੇ ਪਈਆਂ ਰਹੀਆਂ। ਸਾਡਾ ਉਹ ਪਿੰਡ ਅਲਾਟ ਕਰ ਦਿੱਤਾ ਕਿਸੇ ਹੋਰ ਆ। ਆਹੋ ਜੀ, ਜਿਹੜੇ ਇੱਥੇ ਕੋਈ ਬਦੀਨਪੁਰ ਸਨ, ਕੋਈ ਕਿਤੇ ਜਿੱਥੇ ਦੇ ਹੈ ਸਨ ਕਿ ਤੁਹਾਡੀਆਂ ਪਰਚੀਆਂ ਭਾਈ ਕਿਤੇ ਇੱਥੇ ਹੈ ਹੀ ਨਹੀਂ। ਲੱਗੇ ਲੱਭਣ। ਰੰਧਾਵਾ ਸਾਹਿਬ ਸੀ, ਉਸਨੇ ਉਦੋਂ ਕਿਹਾ ਉਹ ਪਰਚੀਆਂ ਕਿੱਧਰ ਗਈਆਂ, ਲਿਆਂਦੀਆਂ ਨੇ। CM ਨੇ ਉਹਨੂੰ ਬੁਲਾਇਆ। ਮੈਂ ਜੀ ਇੱਥੇ ਧਰੀਆਂ, ਹੁਣ ਦੂਜੇ ਨੇ ਉੱਥੇ ਧਰੀਆਂ। ਮੁਰਦੇਖਾਨਿਓਂ ਪਰਚੀਆਂ ਲੱਭੀਆਂ। ਉਹ ਕਹਿੰਦੇ ਜੀ ਫਿਰ ਤੁਹਾਡੀ ਤੇ ਹੁਣ ਜ਼ਮੀਨ ਦਾ ਗ੍ਰੇਟ 8 ਆਨੇ ਆ। ਤੁਹਾਡੀ ਜ਼ਮੀਨ ਇੱਥੇ ਪਹਾੜੀ ਪਾਵਾਂਗੇ, ਬੱਲੋਵਾੜ ਛਾਉੜੀਆਂ। ਬਜ਼ੁਰਗ ਸਾਡੇ ਕਹਿਣ ਲੱਗੇ ਜੀ ਅਸੀਂ ਇੰਨੇ ਚਿਰ ਦੇ ਉੱਥੇ ਬੈਠੇ ਹਾਂ ਜ਼ਿਲ੍ਹੇ ਦੇ ਵਿੱਚ, ਅਸੀਂ ਨਹੀਂ ਉੱਥੋਂ ਉੱਠਾਂਗੇ, ਤੇ ਅਸੀਂ ਚਾਹੇ ਮਰ ਜਾਈਏ। ਕਹਿੰਦੇ ਤੁਸੀਂ ਇੰਝ ਨਾ ਕਰੋ,
ਇੱਕ ਨਿਜ਼ਾਮਦੀਪੁਰ ਪਿੰਡ ਹੈ ਮਲੋਹ ਦੇ ਨਾਲ ਹੀ ਇਹ ਹੈ, ਤੇ ਉਹ ਡਿੱਗ ਗਿਆ ਆ, ਕੱਚਾ ਸੀ ਮਕਾਨ, ਤੇ ਤੁਹਾਨੂੰ ਉੱਥੇ ਅਲਾਟ ਕਰ ਦੇਣਾ, ਤੁਹਾਨੂੰ ਟੈਂਟ ਦੇ ਦਿੰਦੇ ਆ। ਬਜ਼ੁਰਗਾਂ ਆ ਕੇ ਇੱਥੇ ਵੇਖਿਆ ਤੇ ਕਹਿਣ ਲੱਗੇ ਤੇ ਸਾਰਾ ਢਹਿ ਢੇਰੀ ਹੋਇਆ, ਤੇ ਟੈਂਟ ਕਰਕੇ ਕੀ ਕਰਾਂਗੇ, ਬੜਾ ਔਖਾ ਹੋ ਗਿਆ। ਦੂਜੀ ਵਾਰੀ ਫੇਰ ਗਏ ਜੀ, ਉਹ ਕਹਿੰਦਾ ਘਟੀਂਡ ਪਿੰਡ ਆ, ਤੁਸੀਂ ਉੱਥੇ ਘਟੀਂਡ ਦੇ ਅੱਗੇ ਖੰਨੇ ਕੋਲ ਅਸੀਂ ਫਿਰਦੇ ਰਹਿੰਦੇ ਸੀ, ਉਹਦੇ ਬਰੂਆਂ ਦੀ ਵੀ ਰੇਤਾ ਸੀ ਜੀ। ਅੱਛਾ। ਕਹਿਣ ਲੱਗੇ ਕਿ ਇੱਥੇ ਦੇ ਕੋਈ ਖੂਹ ਵੀ ਨਹੀਂ, ਤੇ ਕੀ ਕਰਾਂਗੇ, ਕੋਈ ਬਹੁਤ ਮੁਸ਼ਕਿਲ ਹੋ ਗਈ ਜ਼ਮੀਨ। ਉਹ ਫਿਰ ਜਦੋਂ ਤੀਜੀ ਵਾਰੀ ਗਏ, ਆਖਣ ਲੱਗਾ ਇੱਕ ਗੁਰਦਨਪੁਰ ਪਿੰਡ ਹੈ ਬੀੜੇ ਲਾਗੇ, ਇਹ ਖੀਰੀ ਹੈ ਮੇਰੇ ਕੋਲ, ਜੇ ਤੁਹਾਂ ਉਸੇ ਜ਼ਿਲ੍ਹੇ 'ਚ ਰਹਿਣਾ ਤੇ ਤੁਹਾਡੀਆਂ 80 ਕੁ ਪਰਚੀਆਂ ਨੇ, ਬਾਕੀ ਮੈਂ ਪਾ ਦਿੱਤੀਆਂ ਨੇ। ਕੋਈ ਫੂਲੇਵਾਲ, ਕੁਝ ਆ ਪਿੰਡ ਤੇਰੇ ਭੈਣੀ ਸਾਹਿਬ ਕੋ ਭੱਟੀਆਂ, ਰਾਕ ਭੱਟੀਆਂ ਜੀ। ਫਿਰ ਮਹਾਰਾਜ ਇੱਥੇ ਆਖਣਗੇ ਵੀ ਚਲੋ, ਇੱਥੇ ਉਜਾੜਾ ਬੜਾ ਸੀ, ਆ ਗਊਆਂ ਬੜੀਆਂ ਹਨ, 200-400 ਗਊਆਂ ਦਾ ਜਥਾ ਸੀ ਜਿਹੜਾ ਇੱਕ ਥਾਂ ਜਾਂਦਾ ਸੀ। ਬਹੁਤ 10 ਸਾਲ ਬੜੀ 15 ਇੱਥੇ ਔਖੀ ਰਹੀ ਹੈ। ਦਿਨ ਸ਼ਿਫਟ ਤੋਂ ਪਹਿਲਾਂ ਹੀ ਪਾਥੀ ਨੂੰ ਅੱਗ ਲਾ ਲੈਣੀ ਹੈ, ਤੇ ਆਪਣੇ ਖੇਤ 'ਚ 4 ਡੱਕੇ ਗੱਡ ਕੇ ਤੇ ਉੱਚਾ ਮਣਾ ਕੀਤਾ ਹੋਣਾ ਫਸਲ ਤੋਂ, ਦੂਜੇ ਨੇ ਵੀ ਮੈਂ ਵੀ ਉੱਥੇ ਮੱਕੀ ਦੀ ਫਸਲ ਕਰਨੀ, ਮੂੰਗਫਲੀ ਜਿਹੜੀ, ਬਹੁਤ ਔਖੇ ਦਿਹਾੜੇ। ਇਹ ਫਿਰ ਇਕੱਠਿਆਂ ਹੋ ਕੇ ਪਿੰਡਾਂ ਨੇ ਸੋਚਿਆ ਕਿ ਬੀੜ ਦਾ ਕੇਸ ਕਰੀਏ। ਬੀੜ ਦੇ ਕੇਸ ਕੀਤਾ 10 ਪਿੰਡਾਂ ਨੇ, ਜਿਹੜੇ ਮੌਤਬਰ ਸਨ ਉਹ ਬੇਈਮਾਨ ਹੋ ਗਏ, ਕਿਸੇ ਨੂੰ ਕੁਛ ਦੇ ਦਿੱਤਾ, ਕਿਸੇ ਨੂੰ ਕੁਛ ਦੇ ਦਿੱਤਾ। ਸਾਡੇ ਪਿੰਡ ਵਾਲਾ ਵੀ ਜਿਹੜਾ ਸੀ ਸਿੰਘ, ਇਹਨੂੰ ਵੀ ਇੱਕ ਜੋੜ ਕਿੱਕਰ ਸੀ, 8-10 ਗੱਡੇ ਉਹ ਇਹਦੀ ਹੋ ਗਈ। ਇਹ ਤਰੀਕ 'ਤੇ ਨਾ ਗਏ, ਬਸ ਜੀ ਉਹਨਾਂ ਜ਼ਮੀਨ ਉਹਦੇ ਹੱਕ 'ਚ ਉਸਨੇ ਇੱਥੋਂ ਲੱਕੜੀ ਉਡਾ ਕੇ, ਕਸ਼ਮੀਰੀ ਲਾ ਕੇ, ਮੁੱਢਾਂ ਤੋਂ ਲੱਕੜੀ ਸੀ, ਕਰੋੜਾਂ ਦੀ ਲੱਕੜ ਸੀ, ਸਾਰੀ ਵੇਚ ਕੇ। ਤੇ ਇਹ ਪਿੰਡ ਪੱਕਾ ਸੀਗਾ ਜਦੋਂ ਆਏ ਤੁਸੀਂ? ਹਾਂਜੀ, ਇਹ ਪਿੰਡ ਜਿਹੜਾ ਸੀ ਇਹ ਠੀਕ ਸੀ, ਕੱਚੇ ਸਨ ਮਕਾਨ, ਤੇ ਆ ਤੇ ਹੁਣ ਪੱਕੇ ਬਣਾਏ ਨੇ। ਕਦੀ ਇੱਥੇ ਮਸੀਤ ਸੀਗੀ? ਮਸੀਤ ਹਾਂ ਹੈ ਜੀ, ਇੱਕ ਮਾੜੀ ਜੀ ਹੈ। ਹੁਣ ਫਿਰ ਗੁੰਨਾ ਕਲਾਂ ਐਨ ਪੂਰਾ ਯਾਦ ਆ, ਉਹ ਗਲੀਆਂ, ਉਹ ਘਰ, ਉਹ ਸੜਕ? ਹਾਂ ਜੀ ਬਿਲਕੁਲ। ਹੁਣ ਚਲੇ ਜਾਈਏ ਹੁਣ ਆਪਣੇ ਘਰ, ਵੀ ਕਿੰਨਾ ਕੁ ਔਖਾ ਹੁੰਦਾ ਆਪਣਾ ਘਰ-ਬਾਰ ਛੱਡਣਾ। ਉਹ ਜੀ ਫਿਰ ਵੇਖੋ ਨਾ, ਮਰ ਕੇ ਹੀ ਫਿਰ ਵੇਖੋ ਨਾ, ਸ਼ਹਿਨਸ਼ਾਹ ਹੋਏ, ਵੇਖੋ ਨਹਿਰਾਂ 'ਤੇ ਕੰਮ ਕੀਤੇ, ਜ਼ਮੀਨ ਮੁੱਦੇ ਪੁੱਟ ਕੇ। ਅੱਛਾ, ਗੁਜ਼ਾਰਾ ਤੇ ਕਰਨਾ ਸੀ। ਹਾਂਜੀ। ਇਸ ਪਿੰਡ ਦੇ ਵਿੱਚ ਜੀ ਕੋਈ ਨਦੀ ਲੰਘਦੀ ਸੀ ਛੋਟੀ ਜੀ, ਕੋਈ ਗਲੀ ਨਹੀਂ, ਪਾਣੀ ਦਾ ਕੋਈ, ਪਾਣੀ ਦੀ? ਨਾ ਜੀ, ਆ ਚੋਆ ਲੰਘਦਾ ਉੱਪਰ ਦੀ, ਹਾਲੇ ਵੀ ਲੰਘਦਾ ਉਹ? ਹਾਲੇ ਵੀ ਅੱਜ ਪੁਲ ਵੱਜਾ ਹੈ। ਅੱਛਾ। ਬਰਸਾਤੀ ਪਾਣੀ ਪਿੱਛੋਂ ਜੀ ਬੰਦ ਕਰ ਦਿੱਤਾ ਪਬਲਿਕ ਨੇ। ਅੱਛਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਆ? ਇਹਦੇ ਨਾਲ ਆ ਝਮਾਲਾ ਲੱਗਦਾ ਹੈ, ਆ ਭੜੀ ਲੱਗਦੀ ਹੈ, ਆ ਮਰਾੜੂ ਹੈ ਇੱਕ ਛੋਟਾ ਜਿਹਾ ਪਿੰਡ, ਕੁੱਲੂ ਮਾਜਰਾ, ਹੈਬਤਪੁਰ ਹੈ ਜੀ। ਇਹ ਸਾਰੇ ਮੁਸਲਮਾਨਾਂ ਦੇ ਪਿੰਡ ਸੀ? ਆ ਨਰੈਣਗੜ੍ਹ, ਹਾਂ ਜੀ ਹਾਂ, ਮੁਸਲਮਾਨਾਂ ਦੇ ਪਿੰਡ ਅੱਛਾ। ਇੱਥੇ। ਆ ਨਰੈਣਗੜ੍ਹ, ਆ ਪਿੱਛੋਂ ਵਡਾਲੀ, ਪਹਿਲਾਂ ਪੁਲ ਵਡਾਲੀ ਵੱਜਿਆ ਸੀ ਇਹਦਾ। ਕਦੀ ਫਿਰ ਮੌਕਾ ਨਹੀਂ ਮਿਲਿਆ ਉੱਧਰ ਜਾਣ ਦਾ? ਮੌਕਾ ਜੀ ਆ 2 ਸਾਲ ਹੋਏ ਨੇ, ਮੇਰੇ ਉਹ ਚਾਚੇ ਦੇ ਪੁੱਤਰ ਵੀ ਕਹਿੰਦੇ ਹਨ ਕਿ ਸਾਨੂੰ ਪਿੰਡ ਦੇ ਵਿਖਾ ਲਿਆ। ਅਸੀਂ ਫਿਰ ਅੰਮ੍ਰਿਤਸਰੋਂ ਪਾਸਪੋਰਟ ਫਿਰ ਚੇਚਾ ਬਣਵਾਇਆ ਮੈਂ, ਅਤੇ ਉਹ ਬਣਵਾ ਕੇ ਦੇ ਨਾਲ ਉਹ ਲੈ ਕੇ ਗਿਆ ਉੱਥੇ। ਫਿਰ ਜੀ ਪਿੰਡ ਗਏ? ਨਹੀਂ ਜੀ, ਪਿੰਡ ਧੁੰਦ ਬੜੀ ਪੈਂਦੀ ਸੀ ਜੀ। ਮੈਂ 2 ਵਾਰੀ ਗਿਆ, ਮੈਂ ਫੌਜੀ ਅਫਸਰ ਕੋਲ ਜਾ ਕੇ ਸਲੂਟ ਮਾਰਨਾ, ਅਤੇ ਸਾਨੂੰ ਪਿੰਡ ਸੀ ਤਾਂ ਆਰਡਰ ਦੇ ਅਸੀਂ ਚਲੇ ਜਾਈਏ। ਉਹ ਪਹਿਲੀ ਵਾਰੀ ਤਾਂ ਕਹਿੰਦਾ ਵੀ ਨਹੀਂ। ਬਾਕੀ ਇੰਡੀਆ ਦੇ ਬਾਅਦ ਫਿਰ ਮੈਂ ਚਲਿਆ ਗਿਆ। ਮੈਂ ਕਿਹਾ ਇਸ ਤਰ੍ਹਾਂ ਸੂਰਜ ਨਿਕਲਿਆ ਮਾੜਾ ਜਿਹਾ, ਕਰਦੇ ਮਿਹਰਬਾਨੀ। ਨਨਕਾਣਾ ਸਾਹਿਬ ਤੋਂ ਕਹਿੰਦੇ ਸੀ? ਨਨਕਾਣਾ ਸਾਹਿਬ ਤੋਂ ਜਾਣਾ ਸੀ। ਅੱਛਾ, ਫਿਰ ਉਹ ਮੰਨਿਆ ਨਹੀਂ?
ਫਿਰ ਉਹ ਕਹਿੰਦਾ ਕਿ ਬਜ਼ੁਰਗਾ ਮੈਂ ਤੈਨੂੰ ਵੇਖ ਕੇ ਤੇ ਬੜਾ ਸ਼ਰਮਿੰਦਾ ਹੁੰਨਾ, ਤੂੰ ਐਂ ਕਰ ਕੋ ਗੱਡੀ ਵਾਲਾ ਜਾਂਦਾ ਤੇ ਜਾ ਲੈ ਜਾ। ਇਸ ਕਰਕੇ ਕਿ ਇੱਕ ਤੁਹਾਡਾ ਲਿਬਾਸ ਹੀ ਸਾਰੇ ਆ ਹੁਣ ਤੇ ਇਹਨਾਂ ਨੇ ਆ ਪਵਾਤੇ ਨੇ ਕੱਪੜੇ ਸਾਹਿਬ ਉੱਥੇ ਨਨਕਾਣਾ ਸਾਹਿਬ ਸਾਡੇ ਸਾਰਿਆਂ ਦੇ ਚਿੱਟੇ ਕੱਪੜੇ ਅੱਛਾ ਅੱਛਾ। ਤੇ ਚਿੱਟੀ ਮੈਂ ਪੱਗ ਰੱਖੀ, ਜਿਉਂ ਦਾ ਬਾਪ ਗੁਜ਼ਰਿਆ ਮੈਂ ਨਹੀਂ ਦੀਲੀ ਬੱਧੀ ਤੇ ਨਾ ਮੈਂ ਕੋਈ ਹੋਰ ਰੰਗ ਬੱਧਾ। ਓਹ, ਹਾਂਜੀ ਬਾਪੂ ਨਾਲ ਇੰਨਾ ਪਿਆਰ ਹੈ, ਹਾਂਜੀ। ਸਾਰੇ ਰੰਗ ਜਿਹੜੇ ਆ ਉਹ ਉਹਨੇ ਆਖਿਆ ਛੱਡ ਪੁੱਤਰ ਦਿੱਤੇ। ਚਿੱਟੀ ਪੱਗ ਬੰਨੀ, ਝੂਠ ਨਹੀਂ ਬੋਲੀ, ਸੱਚ ਦਾ ਕੰਮ ਕਰੇ, ਇੱਜ਼ਤ ਰਹੇਗੀ। ਵਾਹ ਜੀ। ਹਾਂਜੀ। ਉਹਨੇ ਫਿਰ ਦਿੱਤੀ ਜੀ, ਫਿਰ ਕੋਈ ਗੱਡੀ ਵਾਲੇ ਨੇ ਨਹੀਂ ਅੱਗੋਂ ਕਿਸੇ ਨੇ ਕਿਹਾ, ਕਹਿੰਦਾ ਜੀ ਤੁਹਾਡਾ ਲਿਬਾਸ ਚਿੱਟਾ ਹੈ, ਮੈਂ ਨਹੀਂ ਜਾਣਾ, ਇੱਧਰ ਅੱਤਵਾਦ ਜ਼ਿਆਦਾ ਹੈ ਹੁਣ ਤੁਹਾਡੇ ਆ ਹੋਰ ਨਨਕਾਣਾ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਹਨ। ਦਿਲ ਦੀਆਂ ਦਿਲ ਵਿੱਚ ਹੀ। ਹਾਂਜੀ, ਉਹ 47 ਚ ਵੀ ਕੀ ਹੋਇਆ ਸੀਗਾ ਤੁਹਾਡੇ ਦਾਦਾ ਜੀ ਨਾਲ, ਉਹ ਪੂਰੀ ਗੱਲ ਸੁਣਾ ਦਿਓ। ਦਾਦਾ ਜੀ ਮੇਰੇ ਜਦੋਂ ਇਹ ਬਾਪ ਤੇ ਮੇਰੇ ਚਾਚੇ ਵੀ ਚਲੇ ਗਏ ਨਾ, ਤੇ ਇਹ ਜਿਹੜਾ ਮੇਰਾ ਚਾਚਾ ਫੌਜ ਦੇ ਵਿੱਚ ਸੀ, ਇਹ ਸਾਨੂੰ ਲੈ ਗਿਆ ਸਿਆਲਕੋਟ ਛਾਉਣੀ 'ਚ ਆਪਣੀ 'ਚ ਪਏ ਉੱਥੇ। ਜਦੋਂ ਇਹਨਾਂ ਨੇ ਮੁਸਲਮਾਨਾਂ ਨੇ ਕਿਹਾ ਕਿ ਬਜ਼ੁਰਗੋ ਤੁਸੀਂ ਆਪਣੀ ਐਵੇਂ ਇੱਥੇ ਹਿੰਡ ਚਲਾਉਂਦੇ ਹੋ, ਪੁੱਤਰ ਵੀ ਤੇਰੇ ਚਲੇ, ਪੋਤਰੇ ਤੇ ਤੇਰੇ ਮਾਰੇ ਗਏ ਤੇ ਕਰਤਾਰ ਸਿੰਘ ਵੀ ਮਾਰਿਆ ਗਿਆ, ਤੇ ਤੁਸੀਂ ਜਾਂ ਇੱਥੋਂ ਜਾਣਾ ਤੇ ਮੁਸਲਮਾਨ ਰਹਿਣਾ ਤੇ ਮੁਸਲਮਾਨ ਹੋ ਜਾਓ, ਨਹੀਂ ਜੇ ਇੱਥੋਂ ਚਲੇ ਜਾਓ। ਉਹ ਕਹਿੰਦਾ ਕਿ ਹੁਣ ਮੈਂ ਮਨ ਨਾਲ ਸਲਾਹ ਕਰਕੇ ਤੇ ਫਿਰ ਦੱਸਾਂਗਾ। ਸਵੇਰੇ ਉੱਠਿਆ, ਨਵੇਂ ਕੱਪੜੇ ਇਸ ਤਰ੍ਹਾਂ ਪਾਏ ਨੇ, ਖਾਨਗਾ ਇੱਕ ਕੋਲ ਸਾਡੇ, ਉਹਦੀ ਉਹ ਮਮਤਾ ਜਰਾ ਕਰਦੇ ਹੁੰਦੇ ਸਨ। ਉੱਥੇ ਹੀ ਉਹਨਾਂ ਦੀ ਮੁਸਲਮਾਨਾਂ ਦੀ ਖੂਹੀ ਪਾਣੀ ਪੀਣ ਵਾਲੀ ਸੀ, ਉੱਥੋਂ ਹੀ ਪਿੰਡ ਪਾਣੀ ਭਰਦਾ ਸੀ ਇੱਧਰ। ਉਸਨੇ ਜਾ ਕੇ ਉਹ ਜਿਹੜਾ ਕਮੀਨ ਉੱਥੇ ਝਾੜੂ ਦਿੰਦਾ ਨਾ, ਉਹਨੂੰ ਕਹਿੰਦਾ ਲੈ ਓਏ ਆ ਚਾਦਰ ਲੈ ਨਵੀਂ ਉੱਤੇ। ਉਸਨੇ ਲੈ ਲਈ ਹੈ, ਆਪ ਉਰਾਂ ਹੋ ਕੇ ਤੇ ਕੱਪੜੇ ਖੋਲ ਕੇ ਤੇ ਖੂਹੀ ਦੇ ਵਿੱਚ ਛਾਲ ਮਾਰ ਦਿੱਤੀ ਹੈ। ਉਸਨੇ ਰਹਿਮ ਸੀ ਉਹਦਾ ਨਾਂ, ਉਸਨੇ ਆਖਿਆ ਉਹ ਚੌਧਰੀ ਸ਼ੇਰੂ ਤੇ ਖੂਹੀ 'ਚ ਛਾਲ ਮਾਰ ਗਿਆ ਓਏ, ਉਹ ਤੇ ਨਹੀਂ ਮੁਸਲਮਾਨ ਹੋਇਆ। ਉਹਨੇ ਆਖਿਆ ਮੈਂ ਧਰਮ ਨਹੀਂ ਛੱਡਣਾ ਤੇ ਮੈਂ ਮਰਨਾ ਕਬੂਲ ਹੈ। ਉਹ ਫਿਰ ਉੱਥੇ ਮਰਿਆ। ਫਿਰ ਮੇਰੇ ਬਾਪ ਨੂੰ ਤੇ ਚਾਚੇ ਨੂੰ ਪਤਾ ਲੱਗਾ, ਇਹ ਫਿਰ ਕੈਂਪ 'ਚੋਂ ਆ ਕੇ ਤੇ ਆਪਣੇ ਗੱਡਾ ਸੁਹਾਗੇ ਲੱਕੜੀ ਜੋ ਸੀ ਧਰ ਕੇ ਉਹਦਾ ਸੰਸਕਾਰ ਮੜੀਆਂ 'ਚ ਕਰਕੇ ਤੇ ਫਿਰ ਚਲੇ ਗਏ। ਚਲੋ ਹੁਣ ਆਪਾਂ ਐਂ ਕਰਦੇ ਹਾਂ, ਜਿਨ੍ਹਾਂ ਨਾਲ ਤੁਸੀਂ ਖੇਡਦੇ ਰਹੇ, ਪੜ੍ਹਦੇ ਰਹੇ, ਮਨਜ਼ੂਰ ਹੋਣਾ ਨਾਲ ਜਾਂ ਬਾਕੀ ਜਿਹੜੇ ਤੁਹਾਡੇ ਦੋਸਤ ਸੀ, ਉਹਨਾਂ ਨੂੰ ਸੁਨੇਹਾ ਦੇ ਦਿਓ ਕੋਈ। ਇਹ ਗੱਲਬਾਤ ਉਹਨਾਂ ਨੇ ਸੁਣਨੀ ਆ। ਅੱਛਾ ਜੀ। ਗੁਨਾ ਕਲਾਂ ਵਾਲਿਆਂ ਨੇ। ਬਿਲਕੁਲ ਜੀ ਬਿਲਕੁਲ। ਅਬਦੁਲ ਗਨੀ, ਮਨਜ਼ੂਰ ਅਹਿਮਦ ਜੇ ਮਿਲੇ ਤੇ ਉਹਨਾਂ ਨੂੰ ਆਖਿਓ ਵੀ ਅੰਬਰ ਸਿੰਘ ਤੁਹਾਨੂੰ ਯਾਦ ਕਰਦਾ ਹੈ। ਵਾਹ। ਜੇ ਇੱਥੇ ਕੋਈ ਨਾਰਾਜ਼ਗੀ ਹੋ ਗਈ ਸੀ ਤੇ ਮਾਫ ਕਰਨੀ ਸੀ, ਮਿਲਣਾ ਤੇ ਹੈ ਸੀ, ਵਾਹ। ਜ਼ਿੰਦਗੀ 'ਚ ਮਿਲਣਾ ਚਾਹੀਦਾ ਹੈ। ਹਾਂਜੀ, ਕਿਉਂ ਜੇ ਬਜ਼ੁਰਗਾਂ ਨੇ ਉੱਧਰ ਹੀ ਭਲਾ ਝਗੜੇ ਕੀਤੇ ਹੋਣਗੇ ਤੇ ਅਸਾਂ ਤੇ ਨਹੀਂ ਹਨ ਕੀਤੇ। ਵਾਹ। ਅਸੀਂ ਤੇ ਝਗੜੇ ਮੇਰੇ ਖਿਆਲ 47 ਤੋਂ ਪਹਿਲਾਂ ਹੋਣੇ ਵੀ ਨਹੀਂ ਕੋਈ। ਪਹਿਲਾਂ ਤੇ ਜੀ ਸਾਡਾ ਇੰਨਾ ਪਿਆਰ ਸੀ ਮੁਸਲਮਾਨਾਂ ਨਾਲ, ਸਾਡਾ ਤੇ ਵਾਸਤਾ ਹੀ ਮੁਸਲਮਾਨਾਂ ਦੇ ਨਾਲ ਸੀ। ਸਾਡੇ ਸਾਹ ਨਾਲ ਸਾਹ ਲੈਂਦੇ ਹਨ, ਐਵੇਂ ਕਿਉਂ ਕਹੀਏ ਕੋਈ। ਲਓ ਜੀ, ਅਸੀਂ ਗੁਜ਼ਾਰਿਸ਼ ਕਰਦੇ ਹਾਂ ਗੁੰਨੇ ਕਲਾਂ ਵਾਲਿਆਂ ਨੂੰ ਕਿ ਜੇ ਇਹਨਾਂ ਦੇ ਦੋਸਤ ਹੋਣ, ਰੱਬ ਕਰੇ ਹੋਣ, ਇਕੱਠੇ ਪੜ੍ਹਦੇ ਰਹੇ ਹਾਂ ਜੀ। ਆਪਣਾ ਸੁਨੇਹਾ ਛੱਡਣ, ਫਿਰ ਬਜ਼ੁਰਗਾਂ ਦੀ ਉਹਨਾਂ ਨਾਲ ਗੱਲ ਕਰਵਾਈਏ। ਚਲੋ ਬਾਬਾ ਜੀ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਅੱਛਾ, ਧੰਨਵਾਦ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡੀ ਮਿਹਰਬਾਨੀ ਜੀ। ਸ਼ੁਕਰੀਆ ਜੀ। ਸ਼ੁਕਰੀਆ।